ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਉ ਨਾਨਕ ਹਰਿ ਭਜ ਮਨਾ, ਕਉ ਨਾਨਕ ਹਰਿ ਭਜ ਮਨਾ। ਜੇ ਬਿਦ ਜਲ ਕੋ ਮੀਨ, ਵਿਖਿਆਨ ਸਿਉ ਕਾਹੇ ਰਚਿਓ। ਨਿਮਖ ਨ ਹੋਇ ਉਦਾਸ, ਕਉ ਨਾਨਕ ਭਜ ਹਰਿ ਮਨਾ। ਪਰੈ ਨ ਜਮ ਕੀ ਫਾਸ, ਤਰਨਾ ਪੋਇਓ ਹੀ ਗਿਓ। ਲਿਓ ਜਰਾ ਤਨ ਜੀਤ, ਕਉ ਨਾਨਕ ਭਜ ਹਰਿ ਮਨਾ। ਆਦ ਜਾਤ ਹੈ ਬੀਤ, ਬਿਰਧ ਪਿਓ ਸੂਜੈ ਨਹੀਂ। ਕਾਲ ਪਹੁੰਚਿਓ ਆਨ, ਕਉ ਨਾਨਕ ਨਰ ਬਾਵਰੇ। ਕਿਉ ਨ ਭਜੈ ਭਗਵਾਨ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ। ਇਨ ਮੈਂ ਕਛ ਸੰਗੀ ਨਹੀਂ। ਨਾਨਕ ਸਾਚੀ ਜਾਨ, ਪਤਿਤ ਉਦਾਰਨ ਪੈ ਹਰਨ। ਹਰਿ ਅਨਾਥ ਕੇ ਨਾਥ, ਕਹੋ ਨਾਨਕ ਤੇ ਜਾਣੀਏ। ਸਦਾ ਬਸਤ ਤੁਮ ਸਾਥ। ਧਨ ਧਨ ਜੈਥੋ ਕੋ ਦਿਓ। ਤਾਸਿਓ ਨੇ ਹਨ ਕੀਨ, ਕਹੋ ਨਾਨਕ ਨਰ ਬਾਵਰੇ। ਅਬ ਕਿਉ ਡੋਲਤ ਦੀਨ। ਤਨ ਤਨ ਸੰਪੈ ਸੁਖ ਦਿਓ। ਹਰ ਜਹਨੀ ਕੇ ਧਾਮ, ਕਹੋ ਨਾਨਕ ਸੁਨ ਰੇ ਮਨਾ। ਸਿਮਰਤ ਕਾਇ ਨ ਰਾਮ। ਸਭ ਸੁਖ ਦਾਤਾ ਰਾਮ ਹੈ। ਦੂਸਰ ਨਾਹਿਨ ਕੋਇ, ਕਹੋ ਨਾਨਕ ਸੁਨ ਰੇ ਮਨਾ। ਤੇ ਸਿਮਰਤ ਗਤ ਹੋਏ। ਜੇ ਸਿਮਰਤ ਗਤ ਪਾਈਏ। ਇਹ ਬਜਰੇ ਤੈ ਮੀਤ, ਕਹੋ ਨਾਨਕ ਸੁਨ ਰੇ ਮਨਾ। ਆਦ ਕਟਤ ਹੈ ਨੀਤ। ਪੰਜ ਤਤ ਕੋ ਤਨ ਰਚਿਓ। ਜਾਨ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ। ਲੀਨ ਤਾਹੇ ਮੈਂ ਮਾਨ। ਘਟ ਘਟ ਮੈਂ ਹਰ ਜੋ ਵਸੈ। ਸੰਤਨ ਕਹੇ ਉਪਕਾਰ, ਕਹੋ ਨਾਨਕ ਤੇ ਭਜ ਮਨਾ। ਨਿਤ ਉਤਰ ਹੈ ਪਾਰ। ਸੁਖ ਦੁਖ ਜੇ ਪਰਸੈ ਨਹੀਂ। ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ। ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹੇ ਜੇ। ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮਨਾ। ਮੁਕਤ ਤਾਹੇ ਤੈ ਜਾਨ। ਹਰਖ ਸੋਗ ਜਾ ਕੇ ਨਹੀਂ। ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ। ਮੁਕਤ ਤਾਹੇ ਤੈ ਜਾਨ। ਪੈ ਕਾਹੂ ਕੋ ਦੇਤ ਨੈ। ਨੈ ਪੈਮਾਨ ਧਿਆਨ,
ਨਾਨਕ ਸੁਣ ਰੇ ਮਨਾ ਗਿਆਨੀ ਤਾਹਿ ਬਖਾਨ ਜੇ ਵਿਖਿਆ ਸਗਲੀ ਤਜੇ ਲਿਓ ਵੇਖ ਬੈਰਾਗ ਕਹੋ ਨਾਨਕ ਸੁਣ ਰੇ ਮਨਾ ਤੇ ਨਰ ਮਾਥੈ ਪਾਗ ਜੇ ਮਾਇਆ ਮਮਤਾ ਤਜੇ ਸਭ ਤੇ ਭਇਓ ਦਾਸ ਕਹੋ ਨਾਨਕ ਸੁਣ ਰੇ ਮਨਾ ਤੇ ਕਟ ਬ੍ਰਹਮ ਨਿਵਾਸ ਜੇ ਪ੍ਰਾਣੀ ਹੋ ਮੈਂ ਤਜੇ ਕਰਤਾ ਰਾਮ ਪਛਾਨ ਕਹੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਣ ਰੇ ਮਣਾ ਪਰ ਨ ਜਮ ਕੈ ਤਾਮ ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੇ ਔਰ ਨ ਲੇਤੇ ਉਦਾਰ ਜੋ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਣੇ ਪ੍ਰਾਨੀ ਦੌਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਜੀਤ ਜੈਸੇ ਜਲ ਥੇ ਬੁੱਧ ਬੁੱਧਾ ਪੂਜਾ ਬਿਨ ਸਨੀਤ ਜਗ ਰਚਨਾ ਥੈ ਸੇ ਰਚੇ ਕਹ ਨਾਨਕ ਸੁਨ ਮੀਤ ਪ੍ਰਾਨੀ ਕਛੂ ਨ ਚੇਤੇ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨਖ ਦੇਹ ਮਾਇਆ ਕਾਰਣ ਤਾਵਹਿ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਦੇਹ ਜਾਨ ਹਰ ਜਨ ਹਰ ਅੰਤਰ ਨਹਿ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਿਹੋ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ ਪ੍ਰਾਣੀ ਰਾਮ ਨ ਚੇਤੇ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਸੁਖ ਮੈਂ ਬੋ ਸੰਗੀ ਪਏ ਦੁਖ ਮਹਿ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਬਾਸ ਜਤਨ ਬੋਤ
मैं कर रहो। मिट्यो न मन को मान, दुर्मत स्यो नानक फदियो। राख ले हो भगवान। बाल जवानी हर बिरद फुन, तीन अवस्था जान। कहो नानक हर भजन बिन, बिरथा सब ही मान। करनो तो सो ना कियो। परियो लोभ कै फंद, नानक समय हो रम गयो। अब क्यों रोवत अंध। मन माया में रम रहो। निकसत नायन मीत, नानक मूरत चित्र ज्यो। छाड़त नाहन पीत। नर चाहत कछ और, और की और पे, चितवत रहे उठगार। नानक फांसी गल परे। जतन बहुत सुख के किए, दुख को कियो न कोय। कहो नानक सुन रे मना, हर पावे सो होए। जगत पे खारी फिरत है। सबको दाता राम। कहो नानक मन सिमरते, पूर्ण होवे काम। झूठे मान कहाँ करे। जग सुपने ज्यों जान। इनमें कछ तेरो नहीं। नानक के हो बखान। गर्भ करत है देखो, बिन से छिन में मीत। जे प्राणी हर जस कहियो। नानक ते जग जीत। जे कट सिमरन राम को, सो नर मुक्ता जान। ते नर हर अंतर नहीं। नानक साची मान। एक भगत भगवान, जे प्राणी के नाहे मन। जैसे सूकर स्वान। नानक मानो ताहे तन। स्वामी को गृह जो सदा, स्वानत जतन नित। नानक बिद हर भजो। एक मन होए एक चित। तीर्थ भरत अरदान कर, मन में तरे गुमान। नानक निफल जात ते। जो कुंचर स्नान। सिर कंप्यो पग डगमगे, नैन जोत थे हीन। कहो नानक बिद पई। तो न हर रस लेन। निज कर देखियो जगत में, को काहू को नाहे। नानक थिर हर भगत है। तेरा खो मन माहे। जग रचना सब झूठ है। जान ले हो रे मीत, कह नानक थिर नार है। जो बालू की पीत। राम गयो रावण गयो, जाको वो परवार। कहो नानक थिर कछ नहीं। सुपने जो संसार। चिंता ताकी कीजिए, जो अनहोनी होए। यो मार्ग संसार को।
छुट गयो बंधन परे, कछु न होत उपाय। कहो नानक अब ओट हर, गज जो हो सहाय। बल हो आ बंधन छुटे, सब किछ होत उपाय। नानक सब किछ तुमरे हाथ में, तुम ही होत सहाय। संग सखा सब तज गए, को न निभेहो साथ। कहो नानक एह विपत में, देख एक रघुनाथ। नाम रह्यो साधु रह्यो, रे हो गुरु गोविंद। कहो नानक एह जगत में, किन जप्यो गुर मंत। राम नाम और मैं गयो, जाके सब नहीं कोय। जिह सिमरत संकट मिटै, दर्श तुहारो होए। राम नाम और मैं गयो, जाके सब नहीं कोय। जिह सिमरत संकट मिटै, दर्श तुहारो होए। मुंदावनी महला पंजवा, थाल विच तिन वस्तु पइयो, सत संतोख विचारो। अमृत नाम ठाकुर का पयो, जिसका सबस आधारो। जी को खावे जे को पुंचै, तिसका होए उदारो। एह वास्ता तजी न जाई, नित नित रखो तारो। तम संसार चरण लग तरिया, सब नानक ब्रह्म पसारो। सालोक महला पंजवा, तेरा कीता जातो नाही। मैनो जोग कितोई, मैं निर्गुण आरे को गुण नाही। आपे तरस पयोई, तरस पया मैं रामत होए। सतगुर सजन मिलिया, नानक नाम मिलै तां जीवा। तन मन दीवै हरिया, तरस पया मैं रामत होए। सतगुर सजन मिलिया, नानक नाम मिलै तां जीवा। तन मन दीवै हरिया। एक ओंकार सतगुर प्रसाद। राग माला राग एक संग पंच परंगन, संग लापै आठों नंदन। प्रथम भैरव करी पंच रागनी, संग उचरही प्रथम भैरवी बिलावली। पुनिया की गावह बंगली, पुण्य सलेखी की पई बारी। ये भैरो की पांचों नारी, पंचम हरक दिसाख सुनावह। बंगाल मद माधव गावह, ललित बिलावल गावही अपनी अपनी भांत। अष्टपुत्र भैरव कहे गावे गायन पात्र। दुतिया माल को सकिया लापे, संग रागनी पांचों थापै। गौंड करी देव गंधारी, गंधारी से उती उचारी। धनाश्री पांचों गाई, माल राग को संग संग लाई। मारू मस्त अंग में वारा, प्रबल जन कौशक्यो बारा। खौकड़िया पौरानंद गाए, अष्टमाल कौशक संग लाए। पुण्य आयो हिंडोल पंचनार
ਓੰਕਾਰ ਸੰਗ ਅਸ਼ਟ ਸੁਤ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰਿਆਈ ਬਸੰਤੀ ਸੰਦੂਰ ਸੁਹਾਈ ਸਰਸ ਹੀਰੀ ਲੈ ਪਾਰਜਾ ਸੰਗ ਲਾਈ ਪੰਚੋ ਆਰਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨੋ ਆਹੇ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪਕ ਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਈ ਆਲਾਪ ਕਾਮੋਦੀਓ ਗੁਜਰੀ ਸਾਦੀਪਕ ਕੇ ਥਾਪ ਕਾਲੰਕਾ ਕੁੰਤਲਿਓ ਰਾਮਾ ਕਮਲ ਕੁਸੁਮ ਚੰਪਕ ਕੇ ਨਾਮਾ गौराव कानरा कल्याणा इष्ट पुत्र दीपक के जाना सामिल श्री राघव गावै पांचो संग बरंगन लावै बैरारी करनाटी तरी गवरी गावै आसावरी तेह पाछै सिंधवी आलापी श्री राग स्यों पांचो थापी सालू सारग सागरा और गोंड गंभीर इष्ट पुत्र श्री राग के गोंड कुंभ मीर कष्ट मेघ राघव गावै पांचो संग बरंगन लावै सोरठ कोंड मलारी तुनी पुन गावै आसा गुण गुनी ऊंचै सुर स्यों पुन कीनी मेघ राग स्यों पांचो चीनी बैरा तार गज तार तारा जबली तार नट्यो जल तारा पुन गावै शंकर ओ श्यामा पुत्रन के नामा खर्च रागे उन गाए संग रागनी तीस सब पुत्र रागन के 18 10 20 खष्ट राग उन गाए संग रागनी सब पुत्र रागन के 18 10 20 वाहिगुरु जी का खालसा वाहिगुरु जी की फतेह बोले सो निहाल श्री अकाल वाहिगुरु जी राम कली सद एक ओंकार सतगुर प्रसाद जगदाता सोए भगत वचल त्यो लोए जियो गुरु शब्द समावे अवर न जाने कोई जियो अवरो न जाने शब्द गुरु का एक नाम ते आवहे प्रसाद नानक गुरु अंगद परम पद भी पावे आया कारा चलन मारा हर राम नाम समाया जागे अमर टल अतोल ठाकुर भगत ते हर पाया हर पाना गुर पाया गुर जावे हर प्रभा जियो सतगुर करे हर पे बेनती मेरी पैज रखो हरदास जियो पैज रखो हर जने केरी हर देहो नाम निरंजनो अंत चलद्या होए बेली जमदूत काल निखंजनो सतगुरु की बेनती पाई हर प्रभ सुनी अरदास जियो हर दार कृपा सतगुर मिलाया धन धन कहे साबास जियो मेरे सिख सुनो पुत भाइयो मेरे हर पाना आओ मैं पास जियो हर पाना गुर पाया मेरा हर प्रभ करे साबास जियो भगत सतगुर पुरख सोई जिस हर प्रभ भाना भावे आनंद अनहद वजय वाजे हर आप गल मिलावे तुसे पुत भाई परिवार मेरा मन वेखो कर निर्जास जियो तुर लिखिया परवाना फिरे नाही गुर जाए हर प्रपाह जियो सतगुर भाणे अपने बह परिवार सदाया मत मैं पिछे कोई रोग सी सो मैं मूल न पाया मित पैजे मित बिगसै जिस मित की बैज भावे तुसी विचार देखो पुत पाई हर सतगुरु पैनावे सतगुरु प्रतख होंदा बैराज आप टिकाया सिख सब सिख बंदब बुत भाई रामदास पैरी पाया अंते सतगुरु बोलिया मैं पिछे कीर्तन करे ओ निर्वाण जियो केसो गोपाल पंडित सद्यो हर हर कथा पढ़े पुराण जियो हर
ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ। ਹਰ ਰੰਗ ਗੁਰ ਭਾਵੇ ਪਿੰਡ ਪਤਲ ਕਰਿਆ ਦੀਵਾ ਫੁੱਲ ਹਰ ਸਰ ਪਾਵੇ। ਹਰ ਪਾਇਆ ਸਤਿਗੁਰੂ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਓ। ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮਨ ਲਈ ਰਜਾਏ ਜੀਓ। ਮੋਹਰੀ ਬੁੱਤ ਸਨਮੁਖ ਹੋਇਆ ਰਾਮਦਾਸੇ ਪੈਰੀ ਪਾਏ ਜੀਓ। ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰ ਆਪ ਰੱਖਿਆ। ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਨ ਨਿਵਾਇਆ। ਹਰ ਗੁਰੈ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ। ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਹਰ ਗੁਰੈ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ। ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਬੈਰੀ ਪਾਏ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਹਾ ਚਿਰੀ ਲਿਖਿਆ ਤੇ ਹਾ ਹੁਕਮ ਕਮਾਏ। ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਸਵਰਗਵਾਸੀ ਸਰਦਾਰ ਗੁਰਦੀਪ ਸਿੰਘ ਜੀ ਜੋ ਕਿ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ। ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਉ ਕੀਜੈ। ਗੁਰਮੁਖ ਹੋਵੈ ਸੋ ਭਾਣਾ ਮੰਨੇ ਤੇ ਸਹਿਜੇ ਹਰ ਰਸ ਪੀਜੈ। ਇਹ ਜਿਹੜੇ ਉਪਦੇਸ਼ ਸਾਨੂੰ ਸਤਿਗੁਰੂ ਜੀ ਨੇ ਦਿੱਤੇ ਨੇ ਗੁਰੂ ਰੂਪ ਸਾਧ ਸੰਗਤ ਮਰਨ ਲਖਾਏ ਮੰਡਲ ਮੈਂ ਆਏ। ਔਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੁਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਣੀ ਸੁੰਨਾ ਮੰਦਰ ਹੋਈ। ਰੇ ਬੋਰੇ ਤੋਹਿ ਘਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ। ਸੋ ਗੁਰੂ ਰੂਪ ਸਾਧ ਸੰਗਤ ਗੁਰੂ ਕੇ ਸਿੱਖ ਨੂੰ ਉਪਦੇਸ਼ ਹੈ ਕਿ ਤੁਸੀਂ ਭਾਣੇ ਵਿੱਚ ਰਹਿਣਾ ਹੈ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ ਕਿ ਜਿਸ ਦੇ ਨਾਲ ਇਹ ਅਲਫਾਜ਼ ਸੁਣ ਕੇ ਪਰਿਵਾਰ ਨੂੰ ਬੜਾ ਧੀਰਜ ਮਿਲੇਗਾ। ਸਾਡੇ ਬਹੁਤ ਹੀ ਨਜ਼ਦੀਕੀ ਕੋਈ ਗੁਰਮੁਖ ਪਿਆਰੇ ਸੀ ਜਿਨ੍ਹਾਂ ਦੀ ਉਮਰ ਵੱਧ ਤੋਂ ਵੱਧ 50 ਸਾਲ ਸੀ। ਚੰਡੀਗੜ੍ਹ ਦੇ ਵਿੱਚ ਬੜਾ ਗੁਰਮੁਖ ਪਰਿਵਾਰ ਸੀ ਤੇ ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਭਾਈ ਸਾਹਿਬ ਜੀ ਤੁਹਾਡੇ ਮਿਸਜ ਸੰਸਾਰ ਤੋਂ ਚਲੇ ਗਏ ਨੇ ਬੜਾ ਅਫਸੋਸ ਹੈ। ਬੜੇ ਧਿਆਨ ਨਾਲ ਸੁਣਨਾ ਸਾਧ ਸੰਗਤ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮੈਂ ਉਹਨਾਂ ਨੂੰ ਕਿਹਾ ਬੜਾ ਅਫਸੋਸ ਹੈ ਪਰ ਅੱਗੋਂ ਉਹਨਾਂ ਦੀ ਸਤਿਗੁਰੂ ਜੀ ਦੇ ਨਾਲ ਕਿੰਨੀ ਪ੍ਰੀਤੀ ਸੀ ਸੋਚ ਨਹੀਂ ਸਕਦਾ ਸੀ ਮੈਂ। ਉਹਨਾਂ ਨੇ ਕਿਹਾ ਗਿਆਨੀ ਜੀ ਆਪ ਜੀ ਤੋਂ ਇਹ ਉਮੀਦ ਨਹੀਂ ਕਿ ਤੁਸੀਂ ਕਹੋ ਕਿ ਬੜਾ ਅਫਸੋਸ ਹੈ। ਮੈਂ ਕਿਹਾ ਇਹ ਕਿੱਦਾਂ ਜੀ ਮੈਂ ਤਾਂ ਅਫਸੋਸ ਕਰਨ ਹੀ ਆਇਆ। ਕਹਿੰਦੇ ਨਹੀਂ ਅਸੀਂ ਦੋਨਾਂ ਮੇਰੀ ਤੇ ਮੇਰੀ ਮਿਸਿਜ ਨੇ ਤੇ ਮੈਂ ਦੋਨਾਂ ਨੇ ਇੱਕ ਸਲਾਹ ਕੀਤੀ ਸੀ ਕਿ ਜਦੋਂ ਵੀ ਸਾਡੇ ਵਿੱਚੋਂ ਇੱਕ ਵੀ ਚਲਾ ਜਾਵੇ ਤੇ ਕਿਸੇ ਨੂੰ ਇਹ ਨਹੀਂ ਕਹਿਣਾ ਕਿ ਅਫਸੋਸ ਹੋਇਆ। ਮੈਂ ਬੜਾ ਹੈਰਾਨ। ਕਹਿੰਦੇ ਗਿਆਨੀ ਜੀ ਤੁਸੀਂ ਕਿਉਂ ਕਿਹਾ? ਤੁਸੀਂ ਤਾਂ ਗੁਰਬਾਣੀ ਪੜ੍ਹਦੇ ਹੋ ਤੁਸੀਂ ਇਹ ਗੱਲ ਨਹੀਂ ਕਹੋ ਤੁਸੀਂ ਕਹੋ ਕਿ ਭਾਣਾ ਹੀ ਇੱਦਾਂ ਸੀਗਾ। ਪਰ ਮੈਂ ਹੈਰਾਨ ਹੋ ਗਿਆ। ਉਹਨਾਂ ਨੇ ਕਿਹਾ ਜਦੋਂ ਸਾਨੂੰ ਕੋਈ ਆ ਕੇ ਕਹਿੰਦਾ ਹੈ ਕਿ ਅਫਸੋਸ ਹੋ ਗਿਆ ਤੇ ਪੂਰੀ ਫਿਰ ਸਾਨੂੰ ਗੱਲ ਸੁਣਾਉਣੀ ਪੈਂਦੀ ਪਿੱਛੇ ਤੋਂ ਕਿ ਉਹਨਾਂ ਨੂੰ ਇਹ ਹੋਇਆ ਸੀ ਇਹ ਹੋਇਆ ਸੀ। ਕਹਿੰਦੇ ਇੱਕੋ ਗੱਲ ਕਹਿ ਦਿਓ ਕਿ ਭਾਣਾ ਸਤਿਗੁਰੂ ਜੀ ਦਾ ਐਸਾ ਹੈ। ਤੇ ਮੈਂ ਉਹਨਾਂ ਤੋਂ ਹੈਰਾਨ ਹੋ ਕੇ ਜਦੋਂ ਵੀ ਉਹਨਾਂ ਦੀ ਸਾਨੂੰ ਕਹਿੰਦੇ ਮੈਨੂੰ ਮੈਸੇਜ ਦੀ ਯਾਦ ਆਉਂਦੀ ਹੈ ਤੇ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰਦਾ। ਸੋ ਗੁਰੂ ਕੇ ਸਿੱਖ ਨੂੰ ਇਹੀ ਉਪਦੇਸ਼ ਹੈ ਸਾਧ ਸੰਗਤ
कि घर विचों कोई भी चला जावे बड़ा दुख हुंदा है, पर सतगुरु जी ने सानू बिल्कुल साफ अखरां विच कहा है कि जब लग तेल दीवे मुख बाती तब सूझे सब कुछ। सतगुरु जी ने होर भी कहा है, आकाश गगन पताल गगन चोह दिस गगन रहाइले, आनंद मूल सदा परखोतम कड़ बिनसै गगन न जाइले, मोहे बैराग पिओ एहो जियो आए कहाँ गए। कि बंदा आउंदा संसार विच सतसंगत चला जाता है, ये अक्सर सच है। अजे जान की उम्र नहीं सी, ऐसा नहीं। सतगुरु जी की बाणी ने कहा बाल जवानी अर बिरद फुन तीन अवस्था जान। इत्थे किहड़ी गल छुपी है सतगुरु जी तो? सतगुरु जी ने सानू दस दिता बिल्कुल साफ अखरां विच कि बाल जवानी अर बिरद फुन तीन अवस्था जान। सो सतगुरु जी अगे सारे ने अरदास करनी है, देहो सज्जना सिसड़ियाँ ज्यों होवै साहिब स्यों मेल। यही अरदास है सारिਆਂ ਦੀ। कबीर साहब ते बख्शिश करते हैं, क्या है कबीर सुनो रे संतो खेत ही करो नबेरा, अब की बार बख्श बंदे को बहुर ना भौजल फेरा। कबीर साहब कहते मैं नहीं रहना इस मात लोक विच, कहते इत्थे दे पापां दी पांडी बड़ी भारी हो रही है। देही गावां जियो तर मैं तो बसै पंच किरसाना, नैनू नकटू सरवणो रसपत इंद्री के है ना माना। बाबा अब ना बसूं ए गाँव, करी करी का लेखा मांगे काहित चेतू ना। कहते इत्थे ते घड़ी घड़ी का लेखा लिखिया जा रहा, तो असीं ते पाप कमा रहे हैं। धर्म राय जब लेखा मांगे बाकी निकसी भारी, पापां दी पंड भारी हो रही है। धर्म राय जब लेखा मांगे बाकी निकसी भारी, पंच किरसानुआ भाग गए लै बांध्यो जियो दरबारी। कह कबीर सुनो रे संतो खेत ही करो नबेरा, अब की बार बख्श बंदे को बहुर ना भौजल फेरा। सारी संगतां दे चरनां विच बेनती करदा, इत्थों सानू सेध लैनी चाहिए है कि भाई गुरदीप सिंह जी अजे अक्सर देखता सी मैं, जदों तो उन्होंने फादर साहब की डैथ हुई सिर्फ 3 महीने होए ने अजे, तो भाई गुरदीप सिंह ने की करना कि आसा दी वार विच भी कई बारी आके बैठना, तो आसा दी वार बड़े प्यार दे नाल सुन के अंमृत वेले, तो असी कहना भाई साहब जी चाह का लंगर छक के जाओ, तो कहते नहीं भाई साहब, फिर भी जबरदस्ती कई बारी असी चाह पियानी, तो अक्सर वो आसा दी वार सुनने वास्ते हुण आउण लग गए सी। उन्होंने भरा भाई कुलदीप सिंह जी ये तो अक्सर आउंदे ने आसा दी वार विच। मैं सारिया संगतां दे चरनां विच बेनती करदा कि जिंदगी सतगुरु जी दी बाणी विच ही है। आपां जिथे मर्जी भज लीए, सतगुरु जी दी बाणी तो बिना मनुख अधूरा है। सो इस परिवार ते शुरू तो सतगुरु जी दी पार बख्शिश है। अक्सर भाई संतोख सिंह जी जां होर कई बंदे दसदे आ कि इस परिवार नूं घट तो घट 50-60 साल हो गए इत्थे, ते सिੱਖੀ दे नाल जुड़े हुए ने। सब तो वड्डी गल यह है साध संगत, मैं उन्होंने बच्चों को भी बेनती करूँगा कि भाई जीवन सिंह नूं खास करके कि तुहाडे दादा जी अते तुहाडे फादर साहब जिहड़े कि बहुत लंबे समय तो सिੱਖੀ विच परपक्क सन, तुसीं भी सिੱਖੀ विच परपक्क रहना है और सिख कौम की सेवा करनी है। ये दास वालों स्टेज तो हुक्म सतगुरु जी ने बख्शिया है कि आप जी को फिर दोबारे हथ जोड़ के बेनती है कि जिमें आप जी के दादा जी और आप जी के पिता जी सेवा करते सन, सिख कौम की आप जी को भी जरूर करनी चाहिए है। सो मेरी साढ़े सारिਆਂ की अरदास है कि सतगुरु जी कृपा करे इस परिवार को चढ़ती कला बख्शे। आओ सारे मिल के शब्द नाल जुड़िए, उस तो बाद भोग बलबदीए जी। वाहेगुरु जग रचना सब झूठ है, जान ले हो रे मीत, कह नानक थिर ना रहे, जो बालू की पी जिसकी वास्ते
सोई ले जाएगा जिसके वास्ते सोई ले जाएगा जिसकी वास्ते सोई ले जाएगा रोस किसे स्यों की जय किसे स्यों की जय जिसकी वास्ते सोई ले जाएगा जिसकी वास्ते सोई ले जाएगा रोस किसे स्यों की जय रोस किसे स्यों की जय जिसकी वास्ते सोई ले जाएगा जिसकी वास्ते सोई ले जाएगा नांगे आवना नांगे जाना हर हुक्म पिया क्या कीजे हर हुक्म पिया क्या कीजे जिसकी वास्ते सोई ले सोई ले जाएगा रोस किसे स्यों की जय रोस किसे स्यों की जय जिसकी वास्ते सोई ले जाएगा गुरमुख होवे सो पाना मन्ने गुरमुख सो पाना मन्ने सहजे हर रस पीजे सहजे हर रस पीजे नानक सुख दाता सदा सलाए रसना राम रमीज जिसकी वास्ते सोई ले जाएगा जिसकी वास्ते सोई ले जाएगा रोस किसे स्यों की जय किसे स्यों की जय जिसकी वास्ते सोई ले जाएगा जिसकी वास्ते सोई ले जाएगा वाहिगुरु जी जिसकी वास्ते सोई ले जाएगा जिसकी वास्ते सोई ले जाएगा रोस किसे स्यों की दे रोस किसे स्यों की जय जिसकी वास्ते सोई ले जाएगा कहाँ विसासा इस भांडे का इतना क लागे ठनका।
गुरु रूप साध संगत ये शब्द पढ़ के समाप्ति है। आओ सारे मिल के शब्द की श्रद्धांजलि भेंट करिए। कहाँ बिसासा इस भांडे का इतना गला गया ठन का, कहाँ बिसासा इस भांडे का इतना गला गया ठन का, इतना गला गया ठन का। बिसासा इस भांडे का इतना लागे ठन का, इतना लागे ठन का। आगे को किछ दुल्हा बांधो, दुल्हा बांधो क्या परवासा तन का। वाहिगुरु जी क्या परवासा तन का, कहाँ बिसासा इस भांडे का इतना लागे ठन का, इतना लागे ठन का। हर बिन कौन सहाई मन का, हर बिन कौन सहाई मन का, कौन सहाई मन का। वाहिगुरु जी कौन सहाई मन का। मात पिता पाई सुत बनता, सुत बनता इत लागो सब फन का, इत लागो सब फन का। कहाँ बिसासा इस भांडे का इतना लागे ठन का, इतना लागे ठन का। कहाँ बिसासा इस भांडे का इतना लागे ठन का, इतना लागे ठन का। सगल धर्म पुण्य फल पावो, सगल धर्म पुण्य फल पावो, दूर बांचो सब जन का। वाहिगुरु जी दूर बांचो सब जन का। कै कबीर सुनो रे संतो, पखेरों बन का, ये मन उड़न पखेरों बन का। सासा कहाँ बिसासा इस भांडे का इतना लागे ठन का, इतना लागे
इस पांडे का इतना क लागे ठनका, इतना क लागे ठनका। हाँ जी साथ संगत, कहाँ बिसासा इस पांडे का इतना क लागे ठनका। पहला प्यार लगा थन दुध, दूजा माए बाप की सुध। इसे तरह ही सतगुरु जी ने कई अवस्था मनुख दियां दसियां ने कि महातलोक विच आके सचमुच असी उस काल रूपी मौत नूं भुल जाने आ, पर सतगुरु जी की बाणी सानूं जगाई जा रही है कि जाग ले हो रे मना, जाग ले हो, कहाँ गाफड़ सोया। तू बड़ी गूढ़ी नींद भी सुता है, इस गल नूं याद रख। मन करके सो रहे हैं, वैसे तो जाग रहे हैं पर मन करके सो रहे हैं। जाग ले हो रे मना, जाग लियो, कहाँ गाफल सोया। जो तन उपजया संग ही सो पी संग न होया। सो सतगुरु जी की बाणी पढ़ के यही पता चलता है कि जिंदगी कुछ भी नहीं, हम आदमी हाँ एकदमी, मोड़त मौत न जान। भाई गुरदीप सिंह जी चले गए ना, असी लिया थोड़े सकते हैं, नहीं, काहदा मान है। हम आदमी हाँ एकदमी, मोहलत मौत न जाना, नानक बिनवै तिसै सरेवो, जाके जी प्राणा। सो गुरु कृपा करे ये पढ़ी सुनी बाणी सच सचखंड विखे प्रवान करन। बाणी का भाव उस विछड़ी आत्मा नूं बख्शण, पिछे परिवार और साख संबंधियों नूं पाणा मनण दा बल बख्शण। सारिਆਂ ਦਾ बहुत बहुत धन्यवाद जिन्होंने परिवार का आके दुख साझा किया है। आओ सारे मिल के आनंद साहब जी के पाठ में जुड़िए। राम कली महला तीजा, आनंद ओंकार सतगुरु प्रसाद। आनंद पिया मेरी माए, सतगुरु मैं पाया। राग तन परिवार भरिया शब्द गावण आईया। कह नानक आनंद होवा सतगुरु मैं पाया। नाद रहो तो मन मेरे दुख सब सारना। सब रांगला समरथ स्वामी सो क्या मनो सारे। साचे साहिबा क्या नहीं करते रे। सदा सिफत सलाह तेरी नाम मन सावे। कह नानक सच्चे साहिब क्या नहीं करते रे। साचा नाम मेरा आधार, साच नाम आधार मेरा जन भुखा सब गवाया। सदा गुरमान किता गुर बेटा जिस आए वड्याइया। साचा नाम मेरा आधारो वाजे पंच शब्द कर सभागे, कर सभागे शब्द वाजे पंच दुख दिवस कीते काल कंटक मारिया। नानक तै सुख होवा तित कर अनहद वाजे। पार ब्रह्म प्रपाया उतरे सगर वसूरे। संत साधन पे सर से पूरे गुर ते जानी। बिनवंत नानक गुर चरण लागे वाजे अनहद। पवन गुरु बाणी पिता माता करत महत। चंगियाइयां बरियाइयां वाचे तरन हद। जिन्नी नाम ते आया गेम सकत का। नानक ते खेती छुटी ना। जिन्नी नाम ते आया गेम सकत का। नानक ते मुख
ਨਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ। ਅਰਜਨ ਹਰ ਗੋਬਿੰਦ ਰੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਇ ਸਹਾਏ। ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਇ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲਣਾ ਜੇ। ਪੰਜਾਂ ਪਿਆਰਿਆਂ 54 ਸਾਹਿਬਜ਼ਾਦਿਆਂ 40 ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ। ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੇ। ਪੰਜਾਂ ਤਖਤਾਂ ਸਮੂਹ ਗੁਰਧਾਮਾਂ ਦਾ ਧਿਆਨ ਧਰ ਕੇ ਬੋਲਣਾ ਜੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤਿ ਆਵੇ ਚਿਤਿ ਆਵਣ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ। ਦੇਗ ਦੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਗੁਰੂ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੇ। ਬਖਸ਼ੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨੋ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈ ਜੈਕਾਰ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਨੇ ਆਸਰਿਆਂ ਦੇ ਆਸਰੇ ਸਤਿਗੁਰੂ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ। ਕੱਲੇ ਆਵੇ ਨਾਨਕ ਸੱਦੇ ਉੱਠੀ ਜਾਏ ਦੇ ਮਹਾਵਾਕ ਅਨੁਸਾਰ। ਆਪ ਜੀ ਦੇ ਦਰ ਘਰ ਦੇ ਭੇਜੇ ਹੋਏ ਜੀਵ ਸਵਰਗਵਾਸੀ ਭਾਈ ਗੁਰਦੀਪ ਸਿੰਘ ਜੀ ਨੂੰ ਸਤਿਗੁਰੂ ਜੀ ਜਿੰਨੀ ਕਿ ਸਵਾਸਾਂ ਦੀ ਪੂੰਜੀ ਆਪ ਜੀ ਨੇ ਬਖਸ਼ਿਸ਼ ਕੀਤੀ ਸੀ ਸੰਸਾਰਿਕ ਯਾਤਰਾ ਪੂਰੀ ਕਰਕੇ ਆਪ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਸਨ ਸੱਚੇ ਪਾਤਸ਼ਾਹ ਜੀ। ਉਹਨਾਂ ਦੇ ਪਿਤਾ ਸਵਰਗਵਾਸੀ ਅਜੀਤ ਸਿੰਘ ਜੀ ਅਤੇ ਮਾਤਾ ਸੁਰਜੀਤ ਕੌਰ ਜੀ ਇਹਨਾਂ ਦੀ ਧਰਮ ਸੁਪਤਨੀ ਬੀਬੀ ਕੁਲਵਿੰਦਰ ਕੌਰ ਬੇਟਾ ਜੀਵਨ ਸਿੰਘ ਦੇ ਨੂੰਹ ਅਮਨ ਕੌਰ ਅਤੇ ਬੇਟੀ ਪਵਨ ਕੌਰ ਦੇ ਸੁਪੁੱਤਰੀ ਪੂਰਨ ਧਰਮ ਸੁਪਤਨੀ ਪੂਰਨ ਸਿੰਘ ਤੇ ਸਾਰੇ ਪਰਿਵਾਰ ਨੇ ਮਿਲ ਕੇ ਸੱਚੇ ਪਾਤਸ਼ਾਹ ਜੀ ਕਈ ਰੋਜ਼ ਤੋਂ ਆਪ ਜੀ ਦਾ ਓਟ ਆਸਰਾ ਤੱਕਿਆ। ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਾਏ ਸਨ। ਆਪ ਜੀ ਦੀ ਮਿਹਰ ਅਤੇ ਕਿਰਪਾਲਤਾ ਦੁਆਰਾ ਬਾਣੀ ਆਦਿ ਤੋਂ ਲੈ ਕੇ ਮੱਧ ਤੱਕ ਮੱਧ ਤੋਂ ਲੈ ਕੇ ਸੰਪੂਰਨ ਭੋਗ ਪਏ ਹਨ। ਸੱਚੇ ਪਾਤਸ਼ਾਹ ਜੀਓ ਸੱਚੇ ਪਾਤਸ਼ਾਹ ਜੀਓ ਬਾਣੀ ਪੜ੍ਹੀ ਸੁਣੀ ਆਪਣੇ ਸੱਚਖੰਡ ਵਿਖੇ ਪ੍ਰਵਾਨ ਕਰਨੀ। ਬਾਣੀ ਦਾ ਭਾਵ ਉਸ ਪਿਛੜੀ ਆਤਮਾ ਨੂੰ ਬਖਸ਼ਣਾ ਪਿੱਛੇ ਪਰਿਵਾਰ ਅਤੇ ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਇਸ ਵੇਲੇ ਸ੍ਰੀ ਸਹਿਜ ਪਾਠ ਦੇ ਭੋਗ ਪਏ ਹਨ। ਉਪਰੰਤ ਅਲਾਨੀਆਂ ਦੇ ਪਾਠ ਅਤੇ ਰਾਮਕਲੀ ਸੱਧ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਸ਼ਬਦ ਵਿਚਾਰ ਹੋਈ। ਆਪ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਅਣਜਾਣ ਜੇ ਸੇਵਕ ਸਮਝ ਕੇ ਮਾਫ ਕਰਨਾ। ਅੱਗੇ ਤੂੰ ਸਮੱਤ ਬਖਸ਼ਣੀ ਸੱਚੇ ਪਾਤਸ਼ਾਹ ਜੀ। ਮਾਤਾ ਸੁਰਜੀਤ ਕੌਰ ਅਤੇ ਬੀਬੀ ਕੁਲਵਿੰਦਰ ਕੌਰ ਧਰਮ ਸਰਦਾਰ ਗੁਰਦੀਪ ਸਿੰਘ ਜੀ ਦੀ ਧਰਮ ਸੁਪਤਨੀ ਬੀਬੀ ਕੁਲਵਿੰਦਰ ਕੌਰ ਬੇਟਾ ਜੀਵਨ ਸਿੰਘ ਅਤੇ ਨੂੰਹ ਅਮਨ ਕੌਰ ਅਤੇ ਬੇਟੀ ਪਵਨ ਕੌਰ ਧਰਮ ਸੁਪਤਨੀ ਪੂਰਨ ਸਿੰਘ ਤੇ 3 ਪੋਤਰੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸੱਚੇ ਪਾਤਸ਼ਾਹ ਜੀ
ਸਰਬੱਤ ਪਰਿਵਾਰ ਤੇ ਮੇਰਾ ਭਰਿਆ ਹੱਥ ਰੱਖਣਾ। ਚੜ੍ਹਦੀ ਕਲਾ ਬਖਸ਼ਣੀ ਪਰਿਵਾਰ ਨੂੰ, ਸੁੱਖਾਂ ਦੇ ਪ੍ਰਕਾਸ਼ ਦੁੱਖਾਂ ਦੇ ਨਾਸ ਕਰਨੇ ਸੱਚੇ ਪਾਤਸ਼ਾਹ ਜੀ। ਸਵਰਗਵਾਸੀ ਗੁਰਦੀਪ ਸਿੰਘ ਦੇ ਪਰਿਵਾਰ ਵੱਲੋਂ ਭੇਟਾ ਸ੍ਰੀ ਸਹਿਜ ਪਾਠ 750 ਪੌਂਡ, ਸੁਖਮਨੀ ਸਾਹਿਬ ਜੀ ਦੇ ਪਾਠ ਦੀ ਭੇਟਾ 225 ਪੌਂਡ, ਗੁਰੂ ਘਰ ਦੀ ਸੇਵਾ ਲਈ 1025 ਪੌਂਡ ਸੱਚੇ ਪਾਤਸ਼ਾਹ ਜੀ ਅਰਦਾਸ ਕਰਾਉਂਦੇ ਨੇ। ਜਿਨ੍ਹਾਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਆਪ ਜੀ ਦੇ ਸੇਵਕਾਂ ਨੇ ਸੇਵਾ ਕੀਤੀ ਹੈ, ਸੋ ਸੇਵਾ ਥਾਂ ਪਾਉਣੀ। ਚੜ੍ਹਦੀ ਕਲਾ ਬਖਸ਼ਣੀ ਸੱਚੇ ਪਾਤਸ਼ਾਹ ਜੀ। ਦਾਦੀ ਜੀ ਸਵਰਗਵਾਸੀ ਚੰਨਣ ਕੌਰ ਅਤੇ ਪਿਤਾ ਜੀ ਸਵਰਗਵਾਸੀ ਅਜੀਤ ਸਿੰਘ ਵੱਲੋਂ ਗੁਰਦੀਪ ਸਿੰਘ ਜੀ ਦੇ ਅੰਤਮ ਅਰਦਾਸ ਤੇ ਆਤਮਾ ਦੀ ਸ਼ਾਂਤੀ ਦੀ ਅਰਦਾਸ, ਉਹਨਾਂ ਵੱਲੋਂ 101 ਪੌਂਡ ਦੀ ਭੇਟਾ ਸੱਚੇ ਪਾਤਸ਼ਾਹ ਜੀ। ਸੇਵਕਾਂ ਦੀ ਸੇਵਾ ਥਾਂ ਪਾਉਣੀ। ਚੜ੍ਹਦੀ ਕਲਾ ਬਖਸ਼ਣੀ। ਔਜਲਾ ਪਰਿਵਾਰ ਵੱਲੋਂ ਗੁਰਦੀਪ ਸਿੰਘ ਦੀ ਅੰਤਮ ਅਰਦਾਸ ਅਤੇ ਆਤਮਿਕ ਸ਼ਾਂਤੀ ਦੀ ਅਰਦਾਸ ਭੇਟਾ 11 ਪੌਂਡ। ਮਾਸੀ ਸੁਖਦੇਵ ਕੌਰ ਵੱਲੋਂ ਗੁਰਦੀਪ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਭੇਟਾ 11 ਪੌਂਡ। ਮਲਕੀਤ ਸਿੰਘ ਔਜਲਾ ਸੁਰਿੰਦਰ ਕੌਰ ਵੱਲੋਂ ਗੁਰਦੀਪ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ 51 ਪੌਂਡ ਸੱਚੇ ਪਾਤਸ਼ਾਹ ਜੀ। ਸੇਵਕਾਂ ਦੀ ਸੇਵਾ ਥਾਂ ਪਾਉਣੀ। ਚੜ੍ਹਦੀ ਕਲਾ ਬਖਸ਼ਣੀ। ਹਰਜਿੰਦਰ ਸਿੰਘ ਬਲਦੀਸ਼ ਕੌਰ ਥਿਆਰਾ ਵੱਲੋਂ ਗੁਰਦੀਪ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਭੇਟਾ 51 ਪੌਂਡ ਸੱਚੇ ਪਾਤਸ਼ਾਹ ਜੀ। ਸੇਵਕਾਂ ਦੀ ਸੇਵਾ ਥਾਂ ਪਾਉਣੀ। ਮਨਜਿੰਦਰ ਸਿੰਘ ਤੇ ਪਰਮਜੀਤ ਕੌਰ ਵੱਲੋਂ ਗੁਰਦੀਪ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਭੇਟਾ 51 ਪੌਂਡ। ਕਸ਼ਮੀਰ ਸਿੰਘ ਵੱਲੋਂ ਸਵਰਗਵਾਸੀ ਗੁਰਦੀਪ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਭੇਟਾ 21 ਪੌਂਡ ਸੱਚੇ ਪਾਤਸ਼ਾਹ ਜੀ। ਸਰਬੱਤ ਦੀਆਂ ਹਾਜ਼ਰੀਆਂ ਤਿਲ ਫੁੱਲ ਭਟਾਵਾਂ ਦਰ ਪ੍ਰਵਾਨ ਕਰਨੀਆਂ। ਕੁਲਵਿੰਦਰ ਕੌਰ ਚਾਲ ਵੱਲੋਂ ਸਵਰਗਵਾਸੀ ਗੁਰਦੀਪ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਭੇਟਾ 21 ਪੌਂਡ ਸੱਚੇ ਪਾਤਸ਼ਾਹ ਜੀ। ਜਿਨ੍ਹਾਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸੇਵਕ ਪਰਿਵਾਰ ਨੇ ਆਪ ਜੀ ਦਾ ਓਟ ਅਸਰਤ ਕਿਹਾ, ਸੋ ਭਾਵਨਾਵਾਂ ਪੂਰੀਆਂ ਕਰਨੀਆਂ। ਇਸੇ ਸੰਬੰਧ ਵਿੱਚ ਜੋ ਮਾਈ ਭਾਈ ਤਿਲ ਫੁੱਲ ਲੈ ਕੇ ਹਾਜ਼ਰ ਹੋਏ ਨੇ, ਸਰਬੱਤ ਦੀਆਂ ਹਾਜ਼ਰੀਆਂ ਤਿਲ ਫੁੱਲ ਭਟਾਵਾਂ ਦਰ ਪ੍ਰਵਾਨ ਕਰਨੀਆਂ। ਕਦਮ ਕਦਮ ਲੇਖੇ ਲਾਉਣੇ। ਸਰਬੱਤ ਨੂੰ ਦਰੋਂ ਘਰੋਂ ਗੁਰਸਿੱਖੀ ਵਾਲਾ ਜੀਵਨ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣੀ। ਸਰਬੱਤ ਦੇ ਪਰਿਵਾਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਦੁੱਖਾਂ ਦੇ ਨਾਸ ਕਰਨੇ ਸੱਚੇ ਪਾਤਸ਼ਾਹ ਜੀਓ। ਸਵਰਗਵਾਸੀ ਸਰਦਾਰ ਗੁਰਦੀਪ ਸਿੰਘ ਜੀ ਦੇ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਪੋਸ਼ਾਕੇ ਬਣਾਏ ਗਏ ਨੇ। ਆਪ ਜੀ ਅੰਗੀਕਾਰ ਕਰਨੇ। ਲੋਕ ਪਰਲੋਕ ਵਿਖੇ ਪਰਦਾ ਕੱਜ ਕੇ ਰੱਖਣੇ ਸੱਚੇ ਪਾਤਸ਼ਾਹ ਜੀ। ਉਹਨਾਂ ਵੱਲੋਂ ਪਰਿਵਾਰ ਵੱਲੋਂ ਪਵਿੱਤਰ ਕੜਾ ਪ੍ਰਸ਼ਾਦੀ ਦੇ ਸੱਜ ਕੇ ਦਰ ਹਾਜ਼ਰ ਹੈ। ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ। ਜੋ ਛਕੇ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣਾ ਇਲਾਹੀ ਫਰਮਾਨ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰੇ ਨਾਮ ਜਿਤਿਆ ਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਪਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਣਿਓ ਜੋ ਪ੍ਰਭ ਕੋ ਮਿਲਵੋਚ ਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲेंगे। ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇਮਦੇ। ਜੋ ਸ਼ਰਧਾ ਕਰ ਸੇਮਦੇ। ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਨਾ ਸਭ ਝੂਠ ਹੈ ਜਾਨ ਲਹੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ
ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਦ ਸਮਾਰਿਆ। ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਦ ਸਮਾਰਿਆ। ਹੋਈ ਰਾਜੇ ਰਾਮ ਕੀ ਰਖਵਾਲੀ, ਸੁਖ ਸਹਜ ਆਨੰਦ ਗੁਣ ਗਾਵੋ। ਮਨ ਤਨ ਦੇ ਸੁਖਾਲੀ ਰਹਾਉ। ਪਤਿਤ ਉਦਾਰਨ ਸਤਿਗੁਰ ਮੇਰਾ, ਮੋਹਿ ਤਿਸ ਕਾ ਪਰਵਾਸਾ। ਬਖਸ਼ ਲਏ ਸਭ ਸੱਚੈ ਸਾਹਿਬ, ਸੁਨ ਨਾਨਕ ਕੀ ਅਰਦਾਸਾ। ਪਤਿਤ ਉਦਾਰਨ ਸਤਿਗੁਰ ਮੇਰਾ, ਮੋਹਿ ਤਿਸ ਕਾ ਪਰਵਾਸਾ। ਬਖਸ਼ ਲਏ ਸਭ ਸੱਚੈ ਸਾਹਿਬ, ਸੁਨ ਨਾਨਕ ਕੀ ਅਰਦਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰਨ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਆ ਬੈਠੇ ਹਾਂ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਸਾਡੇ ਵੱਡੇ ਵੀਰ ਗੁਰਦੀਪ ਸਿੰਘ ਜੀ ਅਕਾਲ ਚਲਾਣਾ ਕਰ ਗਏ। ਬੜਾ ਸ਼ੌਕਮਈ ਸਮਾਂ, ਅਚਾਨਕ ਪਰਿਵਾਰ ਦੇ ਵਿੱਚ ਬੜੀ ਦੁਖਦਾਈ ਘੜੀ। ਜਿਸ ਤਰ੍ਹਾਂ ਪਤਾ ਹੀ ਹੈ, ਗਿਆਨੀ ਜੀ ਨੇ ਵੀ ਆਪਾਂ ਨੂੰ ਦੱਸਿਆ ਹੈ ਕਿ ਤਕਰੀਬਨ 3 ਮਹੀਨੇ ਪਹਿਲਾਂ ਅੰਕਲ ਜੀ, ਜੋ ਕਿ ਕਈ ਸਾਲ ਗੁਰੂ ਘਰ ਦੇ ਟਰਸਟੀ ਵੀ ਰਹੇ ਹਨ, ਉਹ ਅਕਾਲ ਚਲਾਣਾ ਕਰ ਗਏ। ਅਤੇ ਉਹਨਾਂ ਤੋਂ ਬਾਅਦ ਭਾਜੀ ਹੁਣੀ ਬੜਾ ਹੀ ਜੋ ਜ਼ਿੰਮੇਵਾਰੀ ਸੀ ਜੋ ਬਣਦੀ ਆ, ਪਹਿਲਾਂ ਵੀ ਨਿਭਾਉਂਦੇ ਸਨ, ਪਰ ਅੰਕਲ ਜੀ ਦੇ ਜਾਣ ਤੋਂ ਬਾਅਦ ਉਹ ਵਧੇਰੇ ਵੱਧ ਗਈ ਸੀ। ਲੋਕਲ ਸੰਗਤ ਸਾਰੀ ਜਾਣ ਵੀ ਹੈ ਕਿ ਜੋ ਫਰਜ਼ ਸੀ ਨਿਤਾ ਪ੍ਰਤੀ, ਅੰਕਲ ਜੀ ਦੇ ਜਾਣ ਤੋਂ ਬਾਅਦ ਭਾਜੀ ਹੁਣੀ ਮਾਤਾ ਜੀ ਦੇ ਕੋਲ ਰਾਤ ਨੂੰ ਵਿਸ਼ਰਾਮ ਕਰਦੇ ਸਨ, ਰਹਿੰਦੇ ਸਨ। ਅਤੇ ਬੜਾ ਹੀ ਅੰਕਲ ਜੀ ਦੇ ਨਾਲ ਵੀ ਬਹੁਤ ਜ਼ਿਆਦਾ ਸਨੇਹ ਸੀ। ਤੇ ਪਰਿਵਾਰ ਦੇ ਵਿੱਚ ਵੀ ਜਿਸ ਤਰ੍ਹਾਂ ਆਪ ਅੱਜ ਦੇ ਸੰਗਤ ਦੇ ਰੂਪ ਦੇ ਵਿੱਚ ਆਪਾਂ ਬੈਠੇ ਹਾਂ, ਉਹ ਜੋ ਝਲਕ ਹੈ ਆਪਾਂ ਸਾਰੇ ਜਣੇ ਆਪ ਦੇਖ ਰਹੇ ਹਾਂ। ਸਾਰੀ ਹੀ ਲੋਕਲ ਕਮਿਊਨਿਟੀ ਜੋ ਹੈ, ਉਹਨਾਂ ਦੇ ਜਾਣ ਦਾ ਵਿਛੋੜਾ ਵੀ ਹੈ। ਅਤੇ ਇਸ ਕਮਿਊਨਿਟੀ ਦੇ ਵਿੱਚ ਵੀ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ, ਪਰਿਵਾਰ ਜੋ ਹੈ ਤਕਰੀਬਨ 50-60 ਸਾਲ ਤੋਂ ਹੀ ਇੱਥੇ ਹਿਚੰਦੀ ਇਲਾਕਾ ਦੇ ਵਿੱਚ ਨਿਵਾਸ ਕਰ ਰਹੇ ਹਨ। ਅਤੇ ਉਦੋਂ ਤੋਂ ਹੀ ਗੁਰੂ ਘਰ ਦੇ ਨਾਲ ਸਾਰੇ ਹੀ ਪਰਿਵਾਰ ਦਾ ਬੜਾ ਹੀ ਸਨੇਹ ਹੈ, ਯੋਗਦਾਨ ਹੈ। ਭਾਜੀ ਗੁਰਦੀਪ ਸਿੰਘ ਵੀ ਤਕਰੀਬਨ 1 ਸਾਲ ਵਾਸਤੇ ਗੁਰੂ ਘਰ ਦੀ ਜੈਨੋਸਾਈਟੀ ਦੀ ਸੇਵਾ ਕੀਤੀ। ਉਹਨੇ ਪੰਜਾਬੀ ਸਕੂਲ ਵਿੱਚ ਵੀ ਸੇਵਾ ਕਰਾਈ ਅਤੇ ਬਾਹਰੋਂ ਵੀ ਜੋ ਬੱਚੇ ਸਕੂਲ ਵਾਲੇ ਆਉਂਦੇ ਸਨ ਉਹਨਾਂ ਨੂੰ ਵੀ ਅਟੈਂਡ ਕਰਦੇ ਸਨ ਕੁਝ ਸਾਲ ਪਹਿਲਾਂ।
ਇਹੋ ਜਿਹੇ ਮੌਕੇ ਠੀਕ ਆਪਾਂ ਕਈ ਵਾਰੀ ਵਿਚਾਰ ਕਰ ਲੈਂਦੇ ਹਾਂ, ਉਮਰ ਆਪਾਂ ਦੇਖਦੇ ਹਾਂ, ਪਰ ਇਸ ਟਾਈਮ ਕਿਸੇ ਦਾ ਕੋਈ ਜ਼ੋਰ ਨਹੀਂ ਹੈ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਰੋਜ਼ ਯਾਦ ਕਰਾਉਂਦੇ ਹਨ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹੋ ਜਿਹੇ ਸਮੇਂ ਜੋ ਗਿਆਨੀ ਜੀ ਨੇ ਖਾਸ ਕਰਕੇ ਜੀਵਨ ਸਿੰਘ ਦਾ ਨਾਮ ਲੈ ਕੇ ਉਹਨੂੰ ਬੇਨਤੀ ਕੀਤੀ ਹੈ, ਪਰਿਵਾਰ ਨੂੰ ਹੀ ਬੇਨਤੀ ਹੈ ਕਿ ਇਹੋ ਜਿਹੇ ਸਮੇਂ ਦੇ ਵਿੱਚ ਵੀ ਜੋ ਆਪਣੇ ਨਾਮ ਨੇ ਸਹਾਈ ਕਰਨਾ ਹੈ, ਪਾਠ ਸਿਮਰਨ ਜਿੰਨਾ ਵੀ ਹੋ ਸਕੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਕੀਤਾ ਜਾਵੇ, ਤਾਂ ਕਿ ਆਪਾਂ ਨੂੰ ਜੋ ਸਕੂਨ ਮਿਲ ਸਕੇ। ਜੋ ਆਪਣੇ ਪਰਿਵਾਰ ਦਾ ਮੈਂਬਰ ਚਲਾ ਜਾਂਦਾ ਹੈ, ਉਹਦਾ ਵਿਛੋੜਾ ਜੋ ਹੈ ਉਹ ਹਮੇਸ਼ਾ ਯਾਦ ਰਹਿੰਦਾ ਹੈ, ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ, ਗੁਰਬਾਣੀ ਦਾ ਸਦਕਾ ਓਟ ਆਸਰਾ ਲੈ ਕੇ ਕੁਛ ਮਨ ਨੂੰ ਸਕੂਨ ਮਿਲਦਾ ਹੈ। ਸਾਹਿਬਾਂ ਦਾ ਬਚਨ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇਹ ਜੋ ਸਾਨੂੰ 84 ਲੱਖ ਜੂਨ ਦਾ ਬਾਦਸ਼ਾਹ ਮਨੁੱਖਾ ਦੇਹੀ ਮਿਲੀ ਹੈ, ਆਪਾਂ ਸਾਰਿਆਂ ਵਾਸਤੇ ਉਪਦੇਸ਼ ਹੈ ਗੁਰੂ ਸਾਹਿਬ ਜੀ ਦਾ ਕਿ ਇਹ ਜੋ ਸਮਾਂ ਮਿਲਿਆ ਹੈ, ਵੱਧ ਤੋਂ ਵੱਧ ਸਿਮਰਨ ਵਿੱਚ, ਸੇਵਾ ਵਿੱਚ, ਨਾਮ ਬਾਣੀ ਦਾ ਅਭਿਆਸ, ਜੋ ਦੁਨਿਆਵੀ ਤੌਰ 'ਤੇ ਵੀ ਜਿਸ ਤਰ੍ਹਾਂ ਆਪਾਂ ਕਹਿੰਦੇ ਚੈਰੀਟੇਬਲ ਕੰਮ ਜੋ ਹਨ, ਇਹ ਨਹੀਂ ਕਿ ਸਿੱਖ ਕੌਮ ਦੇ ਵਿੱਚ ਹੋਰ ਵੀ ਵਧੇਰੇ ਜੋ ਚੈਰਿਟੀ ਦੇ ਕੰਮ ਚੱਲਦੇ ਹਨ, ਉਹਨਾਂ ਦੇ ਵਿੱਚ ਹਿੱਸਾ ਆਪਣਾ ਆਪਣਾ ਜ਼ਰੂਰ ਪਾਉਣਾ। ਸੋ ਸਭ ਤੋਂ ਪਹਿਲਾਂ ਜੋ ਪਰਿਵਾਰ ਵੱਲੋਂ ਬੇਨਤੀ ਹੋਈ ਹੈ, ਹੁਕਮ ਹੋਇਆ ਹੈ ਕਿ ਜੀਵਨ ਸਿੰਘ ਦੀ ਦਸਤਾਰਬੰਦੀ ਹੋਣੀ ਹੈ। ਜੀਵਨ ਸਿੰਘ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਕੁਛ ਥੋੜ੍ਹਾ ਜਿਹਾ ਅੱਗੇ ਹੋ ਕੇ ਬੈਠ ਜਾਣ, ਅਤੇ ਪਰਿਵਾਰ ਦੇ ਮੈਂਬਰਾਂ ਨੇ ਜਿਨ੍ਹਾਂ ਨੇ ਦਸਤਾਰਬੰਦੀ ਕਰਨੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਦਸਤਾਰਬੰਦੀ ਕਰਨ, ਅਤੇ ਜੋ ਪਰਿਵਾਰ ਵੱਲੋਂ ਦਾਸ ਨੂੰ ਹੁਕਮ ਹੋਇਆ ਹੈ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਜਾਂ ਕੁਝ ਯਾਦਾਂ ਜੋ ਹਨ, ਬੱਚੀ ਪਵਨ ਕੌਰ, ਉਹਨਾਂ ਨੇ ਸਭ ਤੋਂ ਪਹਿਲਾਂ ਸ਼ਰਧਾਂਜਲੀ ਭੇਟ ਕਰਨੀ ਹੈ, ਆਪਦੇ ਨਾਲ ਕੁਛ ਯਾਦਾਂ ਸ਼ੇਅਰ ਕਰਨੀਆਂ ਹਨ। ਬੋਲੇ ਸੋ ਨਿਹਾਲ। ਅਤੇ ਉਹਨਾਂ ਤੋਂ ਬਾਅਦ ਭਾਜੀ ਗੁਰਦੀਪ ਸਿੰਘ ਜੀ ਦੇ ਦੋਸਤ ਮਨਦੀਪ ਸਿੰਘ ਜੀ ਗੁਰਦੁਆਰਾ ਡਾਲੇ, ਉਹਨਾਂ ਨੇ 5 ਮਿੰਟ ਸ਼ਰਧਾਂਜਲੀ ਭੇਟ ਕਰਨੀ ਹੈ। ਅਤੇ ਉਹਨਾਂ ਤੋਂ ਉਪਰੰਤ ਡਾਕਟਰ ਪ੍ਰਗਟ ਸਿੰਘ ਜੀ ਜੋ ਕਿ ਗੁਰਦੀਪ ਸਿੰਘ ਜੀ ਦੇ ਚਾਚਾ ਜੀ ਹਨ, ਉਹਨਾਂ ਨੇ ਆਪ ਜੀ ਨਾਲ ਵਿਚਾਰ ਸਾਂਝੇ ਕਰਨ, ਸ਼ਰਧਾਂਜਲੀ ਭੇਟ ਕਰਨੀ ਹੈ। ਉਸ ਤੋਂ ਬਾਅਦ ਸਮਾਪਤੀ ਹੈ। ਸੋ ਬੇਨਤੀ ਹੈ ਬੱਚੀ ਪਵਨ ਕੌਰ ਨੂੰ ਕਿ ਉਹ ਸਟੇਜ 'ਤੇ ਆ ਜਾਣ ਅਤੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Just going to give a short speech from my dad. Hopefully I do okay. Looking into a mirror with Dad, he would say, "Mirror, mirror on the wall, who is the fairest of them all?" To which he would always answer, "Me," referring to himself, and then would laugh. Dad was very cheeky and always had a wicked sense of humour. Dad was a very funny, carefree and ambitious man. Once he set his heart on something, he was going to achieve it. I know many of you sat here today will know lots of Dad's achievements, whether it was during his career in telecoms or time during retirement. Dad could be blunt, and some may have seen this as rude, but Dad was a man who said it as he saw it, but he was always charming with it. Dad was prepared to stand alone if he believed in a cause. He was someone who believed in women's rights. He would get very irritated by old-fashioned views. He was very forward-thinking, and he brought me up to challenge opinions that I didn't agree with. Dad was a fit and active man. He was an avid walker, spinner, cyclist, golfer, and squash player, who always had to win, and more often than not, he actually did. Ask my husband and brother. And most recently, Dad developed a love for acrylic painting. He found it very relaxing.
Dad also had a huge love for all things sweet. He would always find empty Snicker or Bounty wrappers in his car, but he would always claim that they weren't his. Dad had a love for fast cars, just like his life, always in the fast lane. Him and my brother would often race in their sports cars on the dual carriageway to Hitchin. His most recent purchase was his classic Porsche 911, which he insisted must never go anywhere, has to be passed on. He was so adventurous. He travelled the world with work, and we as a family got to enjoy that with him too. There was never a summer holiday that went by where Dad didn't take us somewhere. He was very worldly and always interested in learning about other cultures. He loved films like The Last Samurai and often watched a lot of anime, and that's probably why he took us to Asia quite a bit. He loved being a granddad. It gave him a second chance to do the things he missed out on with me and my brother, because he was working hard to give us the best opportunities for our future, and that he did. He loved being called Baba, and he was not afraid to show his love and affection to his 3 girls. He would have a sense of pride every time he took them to the Gurdwara, and many of you I know have commented on this. He would help the girls with their school projects. Most recently, he had to make a home for a mole with his eldest granddaughter Jasmine. In the summer, he would grow strawberries and carrots for them. And one week he took them to a park. He took them to a different park each day with my mum. Some of the other adventures included my mum and dad taking the girls on the bus to Hitchin. And then the day would end with the girls luring him into carrying them when they'd had enough of walking. Our 3 girls knew they could wrap their Baba around their finger, and they always knew he had a sweet tucked away for them. Dad learnt a lot from Sant Singh Maskeen and Professor Darshan Singh, and would always make notes on their katha. I remember visiting him in hospital one day, where he had his reading glasses on and headphones in, and he was listening to a katha. So even in my dad's darkest days, he was always learning and making notes. Some of the most wonderful things I remember about my dad was his love for making us tea, and how he would refer to us as his motley crew. He would be in and out of the post office. For us doing our Zara returns, secretly moaning about why packages were arriving every day. It was never too much asking my dad to do something for me, like driving me to work or to appointments, even though I could drive myself. We enjoyed each other's company a lot. There were numerous occasions where my dad would go to my brother's pharmacy with him, and his job was to be on the till, but somehow my dad would end up on the mobility scooter doing laps up and down the shop. This was the beauty of Dad. He wasn't conventional, and that was so endearing. Even when my bubby moved in, she couldn't believe how Dad treated her like a daughter instead of a daughter-in-law, and that he was a modern man. She always said how lucky she was to have been given a chance to have a dad again. Whenever travelling anywhere with Dad, someone would always recognise him and would approach him, whether we were at Heathrow Airport or somewhere else. I remember the year before last we went to London together, and we were near Harley Street, and a man recognised my dad from behind and came up to him and said that he had seen him on the Sikh Spectrum. And of course that really made my dad's day more than our day out. Dad was always one for keeping his nails in neat condition. Often when he would travel abroad with work, he would always get his nails manicured, without the paint obviously. He took pride in his appearance, even though it was always me and my bubby buying his clothes. Dad took his responsibilities very seriously. He would visit his parents every day to spend time with them, and since my granddad's passing, he ensured he was there for my grandmother. He would also make sure he was home before 8 a.m. to see the grandkids off to school. He did the same for my mum when she had to give up driving. Nothing was ever too much for my dad. My dad and I would often go to the cinema and for meals together. I especially loved the lockdown last year, as we spent so much quality time together. We went on walks and bike rides, and he would always offer me words of wisdom, like not to worry about things that haven't happened yet and to just focus on the present. This prepared me for getting married and leaving home. Right now, Dad would be telling us that we are crazy for crying. Dad didn't want to leave us. He made that very clear when he was in hospital. But now that he is gone, he would want us to continue on with our lives and remember all of the things he did
and to carry on his amazing work and legacy. We have been amazed by the number of condolences we have received by people that my dad hadn't even met, but who he has helped. My dad truly loved life and his family, and we of course wish that he was still here today. Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੀ ਬੱਚੀ ਪਵਨ ਕੌਰ। ਬੇਨਤੀ ਹੈ ਭਾਜੀ ਮਨਦੀਪ ਸਿੰਘ ਨੂੰ ਗੁਰਦੁਆਰੇ ਡਾਲੇ ਕਿ ਉਹਨਾਂ ਨੇ 5 ਮਿੰਟ ਸ਼ਰਧਾਂਜਲੀ ਭੇਟ ਕਰਨੀ ਹੈ ਅਤੇ ਉਹਨਾਂ ਤੋਂ ਬਾਅਦ ਡਾਕਟਰ ਪ੍ਰਗਟ ਸਿੰਘ ਜੀ ਉਹਨਾਂ ਨੇ 5 ਮਿੰਟ ਲੈਣੇ ਹਨ। ਸੋ ਬੇਨਤੀ ਆ ਭਾਜੀ ਮਨਦੀਪ ਸਿੰਘ ਜੀ ਉਹਨਾਂ ਨੂੰ। ਸੋਰੀ ਤੁਸੀਂ ਜਰਾ ਬਤਾ ਦਿਓ। ਇਹ ਡਾਕਟਰ ਸਾਹਿਬ ਨੂੰ ਬੇਨਤੀ ਹੈ ਕਿ ਉਹ 5 ਮਿੰਟ ਪਹਿਲਾਂ ਲਾ ਲੈਣ, ਫਿਰ ਭਾਜੀ ਹੁਣੀ ਬਾਅਦੋਂ ਬੋਲਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਨੂੰ ਇਹ ਪਤਾ ਹੈ ਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਭੋਗ ਪਾਉਂਦੇ ਹਾਂ ਅਤੇ ਆਪਾਂ ਬਹੁਤ ਧਿਆਨ ਦੇ ਨਾਲ ਹੁਕਮਨਾਮਾ ਸੁਣਦੇ ਹਾਂ ਅਤੇ ਇੱਕ ਵਿਚਾਰ ਵਿਸ਼ਵਾਸ ਹੈ ਕਿ ਹੁਕਮਨਾਮੇ ਦੇ ਵਿੱਚ ਸਾਨੂੰ ਮਹਾਰਾਜ ਜੀ ਸਮਝਾਉਣ ਦਾ ਯਤਨ ਕਰਦੇ ਹੈਗੇ ਕਿ ਉਸ ਅਖੰਡ ਪਾਠ ਦਾ ਜਿਹੜਾ ਹੈਗਾ ਤੁਹਾਨੂੰ ਫਲ ਕਿਸ ਤਰ੍ਹਾਂ। ਅਗਰ ਆਪਾਂ ਅੱਜ ਹੁਕਮਨਾਮੇ ਦਾ ਜਿਹੜੀ ਗਿਆਨੀ ਜੀ ਨੇ ਜਦ ਕੀਰਤਨ ਕੀਤਾ ਸ਼ੁਰੂ ਕੀਤਾ ਸੀ, ਉਸੇ ਜਦ ਹੁਕਮਨਾਮਾ ਪੜ੍ਹਿਆ, ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ। ਇਹ ਤਕਰੀਬਨ ਗੁਰਦੀਪ ਸਿੰਘ ਦੇ ਜੀਵਨ 'ਤੇ ਢੁਕਦੀ ਆ। ਗੁਰਦੀਪ ਸਿੰਘ ਹੁਣੀ ਇੱਕ ਉਹ ਇਸ ਤਰ੍ਹਾਂ ਦਾ ਬੰਦਾ ਸੀ ਅਤੇ ਆਪਾਂ ਛੇਤੀ ਪਕੜ ਲਾਂਗੇ ਗੱਲ। ਉਹਨਾਂ 'ਚ ਸੀ ਜਿਹੜੇ ਲੋਕ ਸੰਤਾਂ ਨੂੰ ਗੁਰਮੁਖ ਮੰਨਦੇ ਨੇ ਅਤੇ ਗੁਰਮੁਖਾਂ ਨੂੰ ਸੰਤ ਮੰਨਦੇ ਨੇ। ਵੈਸੇ ਗੱਲ ਤਾਂ ਇੱਕੋ ਹੀ ਆ, ਅਵਸਥਾ ਦੀ ਗੱਲ ਆ, ਲੇਕਿਨ ਉਹ ਗੁਰਮੁਖਾਂ ਨੂੰ ਸੰਤ ਮੰਨਦੇ ਸਨ ਅਤੇ ਉਹਨਾਂ ਦੀ ਇੱਛਾ ਇਹ ਰਹਿੰਦੀ ਸੀਗੀ ਕਿ ਉਹ ਵੀ ਉਹਨਾਂ ਅਵਸਥਾਵਾਂ ਨੂੰ ਪਹੁੰਚਣ ਜਿਨ੍ਹਾਂ ਦੀ ਉਹ ਗੱਲ ਕਰਦੇ ਸਨ ਜਾਂ ਦਰਸ਼ਨ ਕਰਦੇ ਸਨ, ਕਿਉਂਕਿ ਉਹਨਾਂ ਦੀ ਪਿਤਾ ਜੀ ਤਾਂ ਕਲੀਅਰ ਹੀ ਸਨ, ਹਮ ਸੰਤਨ ਕੀ ਰੇਣ ਪਿਆਰੇ, ਤੁਸੀਂ ਸੁਣ ਹੀ ਚੁੱਕੇ ਹੋ। ਅਤੇ ਇਸੇ ਕਰਕੇ ਉਹਨਾਂ ਦੀ ਇੱਛਾ ਰਹਿੰਦੀ ਸੀ ਕਿ ਸਾਧ ਉਹ ਪਰਮਾਤਮਾ ਨੂੰ ਅਰਦਾਸ ਕਰਦੇ ਰਹਿੰਦੇ ਸੀ ਕਿ ਮੈਨੂੰ ਐਸੀ ਬੁੱਧ ਬਖਸ਼ੋ ਕਿ ਮੈਂ ਪਰਮਾਤਮਾ ਤੇਰਾ ਨਾਮ ਧਿਆਵਾਂ। ਅਤੇ ਨਾਮ ਧਿਆਉਣੇ ਨੂੰ ਸੌਖਾ ਕਰਨ ਲਈ ਉਹ ਸੰਸਾਰ ਸੇਵਾ, ਮਨੁੱਖਤਾ ਦੀ ਸੇਵਾ ਤਨ ਮਨ ਧਨ ਕਰਕੇ ਇੱਕ ਵੇਲੇ ਨਹੀਂ ਸਦਾ ਹੀ ਉਹ ਕਰਦੇ ਰਹਿੰਦੇ ਸਨ। ਅਤੇ ਉਹਨਾਂ ਦੀ ਇਸ ਪਹੁੰਚ ਦੀ ਸਫਲਤਾ ਦੀ ਨਿਸ਼ਾਨੀ ਇੱਕ ਇਹ ਹੈ ਕਿ ਅੱਜ ਉਹਨਾਂ ਦੇ ਵਡੇਰਿਆਂ ਨੂੰ ਉਹਨਾਂ ਦੇ ਨਾਂ ਦੇ ਨਾਲ ਰਿਸ਼ਤਾ ਜੋੜ ਕੇ ਪਛਾਣਿਆ ਜਾਂਦਾ। ਇਹ ਕਿਸੇ ਬੰਦੇ ਦੀ ਉੱਚਤਾ ਦੀ ਨਿਸ਼ਾਨੀ ਹੁੰਦੀ ਆ ਜਦ ਇਹ ਦੱਸਿਆ ਜਾਵੇ ਕਿ ਫਲਾਨਾ ਗੁਰਦੀਪ ਸਿੰਘ ਦਾ ਕੀ ਲੱਗਦਾ। ਅਤੇ ਅੱਜ ਤਕਰੀਬਨ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਦੀ ਇੰਟਰੋਡਕਸ਼ਨ ਇਵੇਂ ਹੀ ਹੋ ਰਹੀ ਆ, ਵੱਡਿਆਂ ਦੀ ਵੀ ਛੋਟਿਆਂ ਦੀ ਵੀ। ਮੈਂ ਜਾਣਦਾ ਕਿ ਇਹੋ ਜਿਹੇ ਸਮੇਂ ਬਹੁਤਾ ਤੁਸੀਂ ਅਗਰ ਸਪੀਚਾਂ 'ਚ ਫਸੀਏ ਤਾਂ ਠੀਕ ਨਹੀਂ ਹੈਗਾ, ਕਿਉਂਕਿ ਇਹ ਜਾਣਦੇ ਹੋਏ ਵੀ ਗੁਰਮਤਿ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਖਸ਼ਿਸ਼ਾਂ, ਫਿਰ ਵੀ ਆਪਾਂ ਜਿਸ ਅਵਸਥਾ 'ਚ ਜੀਨੇ ਆ ਉਦਾਸੀ ਆਈ ਜਾਂਦੀ ਆ। ਅਤੇ ਲੰਬੀ ਚੌੜੀ ਗੱਲ ਕਰਨ ਨੂੰ ਜੀਅ ਵੀ ਨਹੀਂ ਕਰਦਾ ਹੁੰਦਾ। ਰਲ ਮਿਲ ਕੇ ਹੀ ਆ ਵੀ ਉਹਨਾਂ ਦੀ ਜੋ ਸਿੱਖਾਂ ਦਾ ਫਰਜ਼ ਹੈ ਕਿ ਇਹ ਪ੍ਰਮਾਤਮਾ ਉਹ ਜਿੱਥੇ ਵੀ ਹੋਣ ਉਹਨਾਂ ਨੂੰ ਆਪਣੇ ਚਰਨਾਂ 'ਚ ਅਤੇ ਸਾਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਅਤੇ ਜਿਹੜੇ ਕਾਰਜ ਉਹਨਾਂ ਨੇ ਕੀਤੇ ਹੋਏ ਨੇ ਉਹ ਚੱਲੀ ਜਾਣੇ ਨੇ, ਅਤੇ ਜਿੱਥੇ ਸਾਡੀ ਯੋਗਤਾ ਪਰਮਾਤਮਾ ਸਾਧ ਸੰਗਤ ਗੁਰੂ ਪੰਥ ਮਹਿਸੂਸ ਕਰੇਗਾ ਉਹ ਅਸੀਂ ਪਾਵਾਂਗੇ। ਇਹ ਪਰਿਵਾਰਕ ਫੈਸਲਾ ਵੀ ਹੈ ਅਤੇ ਇਹ ਸਾਡਾ ਫਰਜ਼ ਵੀ ਹੈ, ਇਕੱਲੇ ਇਕੱਲੇ ਦਾ ਵੀ, ਕਲੈਕਟਿਵਲੀ ਵੀ। ਅਤੇ ਅਸੀਂ ਕਰਾਂਗੇ। ਮੈਂ ਹੋਰ ਸਮਾਂ ਨਹੀਂ ਲਵਾਂਗਾ ਕਿਉਂਕਿ ਮੈਨੂੰ ਪਤਾ ਅੱਜ ਬਹੁਤ ਦੇਰ ਤੋਂ ਆਪਾਂ ਇੱਥੇ ਬੈਠੇ ਹਾਂ। ਭਰਿਆ ਹੀ ਆਪਾਂ ਨੂੰ ਸੰਗ ਤਿਆਗਣਾ ਚਾਹੀਦਾ। ਅਤੇ ਹੁਣ ਜੋ ਵੀ ਅਗਲਾ ਪ੍ਰੋਗਰਾਮ
ਭਾਈ ਸਾਹਿਬ ਨੇ ਕਿਹਾ ਉਹ ਭਾਈ ਮਨਦੀਪ ਸਿੰਘ ਜੀ ਹੋਰੀ 5 ਮਿੰਟ ਬੋਲਣਗੇ। ਤੇ ਵੈਸੇ ਪਹਿਲਾਂ ਮੈਨੂੰ ਕੁਝ ਵਿਅਕਤੀਆਂ ਨੇ, ਬੱਚਿਆਂ ਨੇ ਅਸਲੀ ਮੈਨੂੰ ਕੁਛ ਕਿਹਾ ਸੀ ਇਹੋ ਜਿਹੀ ਗੱਲ ਕਰਨ ਨੂੰ ਜਿਹੜੀ ਮੈਂ ਭਾਜੀ ਅਜੀਤ ਸਿੰਘ ਜੀ ਹੋਰਾਂ ਦੇ ਵੇਲੇ ਕਰੀ ਸੀ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਉਹ ਮੈਂ ਤੁਹਾਡੇ ਨਾਲ ਕਰਾਂਗਾ। ਇੱਥੇ ਮੇਰੇ ਵੀ ਮਨ ਦੀ ਹਾਲਤ ਸਮਝ ਕੇ ਇੰਨੇ ਕੇ ਅੱਖਰ ਕਬੂਲ ਕਰ ਲਿਓ, ਇੰਨੇ ਕੀ ਬੋਲੇ ਜਾ ਸਕਦੇ ਆ ਅੱਜ। ਤੇ ਨਾ ਹੀ ਲੰਬੀ ਸਪੀਚ ਚਾਹੀਦੀ ਆ ਤੇ ਨਾ ਹੀ ਮੈਂ ਕਰਨੀ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਭੇਟੇ ਗੁਰਦੇਵਾ। By good fortune, one meets the divine Guru. Kot parad mitte har seva. Millions of sins are erased by serving the Lord. ਇਹ ਹੈ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਰਾਗ ਦਨਾਰਸੀ ਵਿੱਚ ਅੰਗ 683। ਅਸੀਂ ਗੁਰਦੀਪ ਸਿੰਘ ਨੂੰ ਮਿਲੇ ਸੀਗੇ 2012 ਵਿੱਚ, ਜਦੋਂ ਉਹਨੇ ਸਿੱਖੀ ਕੈਂਪ ਅਟੈਂਡ ਕੀਤਾ ਸੀ। ਉਹਨੇ ਲੈਕਚਰ ਕਰਨਾ ਸੀ ਉੱਥੇ, ਸਾਡੇ ਬੱਚੇ ਵੀ ਆਏ ਸੀਗੇ। ਪਹਿਲੀ ਚੀਜ਼ ਸਾਨੂੰ ਯਾਦ ਹੈ ਕਿ ਉਹਦੀ ਮੁਸਕਰਾਹਟ। ਫਿਰ ਉਹ ਦੂਜੀ ਚੀਜ਼ ਸੀ ਉਹਦੇ ਆਲੇ ਦੁਆਲੇ ਬਹੁਤ ਸਾਰੇ ਬੰਦੇ ਬੱਚੇ ਗੱਲਾਂ ਕਰਦੇ ਸੀਗੇ। ਤੀਜੀ ਚੀਜ਼ ਯਾਦ ਆ ਕਿ ਉਹਨੇ ਸਾਡੇ ਨਾਲ ਗੱਲ ਕਰਕੇ 5 ਮਿੰਟ ਵਿੱਚ ਉਹਨੇ ਸਾਡੀ ਸਾਰੀ ਖਬਰ ਲੱਭ ਲਈ ਸੀ। ਅਸੀਂ ਕਿੱਥੋਂ ਆਏ, ਕੀ ਪੜ੍ਹਾਈ ਕੀਤੀ, ਕਿੱਥੇ ਜਾ ਰਹੇ, ਕੀ ਕੰਮ ਕਰ ਰਹੇ। ਉਹ ਕਹਿਣ ਲੱਗ ਪਏ ਮੈਂ ਤੇਰੇ ਦਫ਼ਤਰ ਆ ਕੇ ਤੁਹਾਨੂੰ ਮਿਲਣਾ ਆ। ਮੈਂ ਕਿਹਾ ਆ ਜਾਓ। ਦਫ਼ਤਰ ਆਏ, ਸਾਡੇ ਦਫ਼ਤਰ 13ਵਾਂ ਫਲੋਰ 'ਤੇ ਆ। ਉਹ ਜਦੋਂ ਪਹੁੰਚਿਆ ਕਹਿੰਦਾ ਇਹ ਤਾਂ ਬੜੀ ਅਜੀਬ ਦੀ ਗੱਲ ਆ, ਅਸੀਂ ਕਦੇ ਦੇਖਿਆ ਨਹੀਂ। ਜਿਹੜੇ ਅੰਗਰੇਜ਼ ਹੈ ਉਹ ਬੜੇ ਸੁਪਰਸਟੀਸ਼ੀਅਸ ਆ, ਉਹ 13ਵਾਂ ਫਲੋਰ ਲਾਉਂਦੇ ਨਹੀਂ ਆ, ਸਿਰਫ 12 ਫੀਟ ਸਿੱਧਾ 14 'ਤੇ ਚੱਲ ਜਾਂਦੇ ਆ। ਇਹ ਬੜੀ ਅਜੀਬ ਗੱਲ ਹੈ। ਜਦੋਂ ਅੰਦਰ ਗਏ, ਕਿਉਂਕਿ ਉੱਚੀ ਥਾਂ ਤੋਂ ਸਾਰਾ ਕੁਛ ਦਿਸਦਾ, ਰਿਵਰ, ਟੈਮਸ, ਦੂਜੀਆਂ ਬਿਲਡਿੰਗ ਦਿਸਦੀਆਂ ਸੀ। ਉਹਨੂੰ ਬਹੁਤ ਅੱਛਾ ਲੱਗਿਆ। ਉਹਨੇ ਫਿਰ ਕੀ ਕੀਤਾ, ਬੱਚੇ ਜਿਹੜੇ ਗ੍ਰੈਜੂਏਟਸ ਆ, ਛੋਟੇ ਛੋਟੇ ਯੰਗਸਟਰਸ, ਉਹਨੇ ਸਾਡੇ ਵੱਲ ਭੇਜੀ ਜਾਂਦਾ। ਤੂੰ ਉੱਥੇ ਜਾ ਕੇ ਉੱਥੇ ਮਨਦੀਪ ਸਿੰਘ ਨੂੰ ਜਾ ਕੇ ਮਿਲ ਕੇ ਆ, ਉਹਨੂੰ ਦਫ਼ਤਰ ਦੇ ਕੇ ਆ। ਉਹਦਾ ਸਿਰਫ ਮਕਸਦ ਸੀ ਕਿ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਪਤਾ ਲੱਗੇ ਕਿ ਆਪਣੇ ਸਿੱਖ ਵੀ ਹੈਗੇ ਜਿਹੜੇ ਉਹਨਾਂ ਉੱਚੇ ਉੱਚੇ ਪੋਜੀਸ਼ਨਾਂ ਲਈ ਆਇਆ। ਉਹਨਾਂ ਨੂੰ ਫਿਰ ਪਤਾ ਲੱਗ ਜਾਏਗਾ ਤੇ ਇਹ ਵੀ ਕਰ ਸਕਦੇ ਸੀ। ਉਹਨੇ ਫਿਰ ਸਾਨੂੰ ਫੋਨ ਕੀਤਾ, ਕਹਿੰਦਾ ਤੇ 11 ਆ ਰਿਹਾ, ਸਾਨੂੰ ਕੁਛ ਕਰਨਾ ਪੈਣਾ ਸਿੱਖਾਂ ਥਰੂ। ਮੈਂ ਕਿਹਾ 11 ਹੈ ਕੀ ਆ? ਕਹਿਣ ਲੱਗਾ 2011 ਵਿੱਚ 11 ਨਵੰਬਰ ਜਿਹੜੀ ਵਰਲਡ ਵਾਰ 1 ਆ 100 ਸਾਲ ਹੋ ਜਾਣੇ, ਸਾਨੂੰ ਸਿੱਖਾਂ ਲਈ ਕੁਛ ਕਰਨਾ ਚਾਹੀਦਾ। ਫਿਰ ਮੈਨੂੰ ਦੱਸਣ ਲੱਗ ਪਿਆ ਕਿ ਅਸੀਂ ਇਹ ਬੰਦੇ ਡਾਬੀ ਨਾਲ ਗੱਲ ਕੀਤੀ, ਕੌਮਟਰੀ ਨਾਲ ਗੱਲ ਕੀਤੀ, ਇਹ ਚੀਜ਼ਾਂ ਕੀਤੀਆਂ। ਸਾਡੇ ਨਾਲ ਗੱਲਾਂ ਕਰਕੇ ਖੰਡਾ ਪੋਪੀ ਦਾ ਪ੍ਰੋਜੈਕਟ ਸ਼ੁਰੂ ਹੋ ਗਿਆ। ਉਹ ਤੋਂ ਬਾਅਦ ਜਿੱਥੇ ਵੀ ਉਹ ਜਾਂਦਾ ਸੀ ਉਹ ਸਾਨੂੰ ਖਿੱਚ ਕੇ ਲੈ ਕੇ ਚੱਲ ਜਾਂਦਾ ਸੀ। ਪਹਿਲਾਂ ਸਿੱਖ ਸਪੈਕਟਰਮ ਦਾ ਪ੍ਰੋਗਰਾਮ ਕਰਦਾ, ਉੱਥੇ ਸਾਨੂੰ ਇੰਟਰਵਿਊ ਕੀਤੀ। ਫਿਰ ਸਿੱਖ ਚੈਨਲ, ਫਿਰ ਸਿੱਖ ਕਾਉਂਸਲ ਦੇ ਜਿਹੜੇ ਪੇਪਰ ਸੀ ਉਹਨੂੰ ਸਾਨੂੰ ਭੇਜ ਦਿੰਦਾ ਸੀਗਾ। ਰੋਕੋ ਕੈਂਸਰ, ਫਿਰ ਚੈਰਿਟੀ ਕਮਿਸ਼ਨ ਨਾਲ ਗੱਲ ਸ਼ੁਰੂ ਹੋਈ। ਉਸ ਤੋਂ ਬਾਅਦ ਗੱਲਾਂ ਕਰਕੇ ਗੁਰਦੁਆਰਾ ਏਡ ਦਾ ਕੰਮ ਸ਼ੁਰੂ ਹੋ ਗਿਆ ਸੀ। ਇਹ ਇੱਦਾਂ ਦਾ ਸੀਗਾ ਕਿ ਇਹਨੂੰ ਸਾਨੂੰ ਛੇਤੀ ਪਛਾਣ ਲਿਆ ਸੀ, ਸਾਡੇ ਗੁਣ ਕੀ, ਸਾਡੇ ਕੁਆਲਿਟੀ ਸਕਿੱਲਸ ਕੀ ਸੀਗੀਆਂ। ਇਹਨੂੰ ਪਤਾ ਸੀਗਾ ਕਿੱਥੇ ਵਰਤਾਉਣੇ, ਕਦੋਂ ਵਰਤਾਉਣੇ ਆ ਸਾਡੇ ਸਕਿੱਲਸ। ਇਹ ਤੁਹਾਨੂੰ ਕਾਹਦੇ ਵੇਲੇ ਤੁਹਾਨੂੰ ਦੱਸ ਰਿਹਾ, ਕਿਉਂਕਿ ਇਸ ਸੰਗਤ ਵਿੱਚ ਬਾਹਰ ਵੀ ਜਿਹੜੇ ਲੋਕ ਇੱਥੇ ਆ ਨਹੀਂ ਸਕੇ, ਇਹਨਾਂ ਨੂੰ ਸਾਰੇ ਇਹੀ ਐਕਸਪੀਰੀਅੰਸ ਆ ਕਿ ਇਹਨੂੰ ਗੁਰਦੀਪ ਸਿੰਘ ਕੀ ਕਰਦਾ ਸੀ, ਤੁਹਾਨੂੰ ਦੋਸਤੀ ਬਣਾ ਕੇ ਸਾਨੂੰ ਇਹੀ ਕੁਆਲਿਟੀ ਸੀ ਉਹਦੀ ਕਿ ਹਰ ਲੋਕ ਸਮਝਦੇ ਸੀ ਇਹ ਸਾਡਾ ਬਹੁਤ ਨਿਕਟੀ ਦੋਸਤ ਆ। ਇਹਨੂੰ ਪਤਾ ਲੱਗ ਜਾਂਦਾ ਤੁਹਾਡੇ ਕੰਮ ਕੀ ਆ, ਤੁਸੀਂ ਕਿਹੜੇ ਕੰਮ ਤੇਜ਼ ਆ, ਤੁਹਾਡੀ ਕੁਆਲਿਟੀ ਕੀ ਆ। ਉਹਨੂੰ ਦੂਜੇ ਬੰਦੇ ਨੂੰ ਮਿਲਾ ਕੇ ਕੋਈ ਪ੍ਰੋਜੈਕਟ ਸ਼ੁਰੂ ਕਰ ਲੈਂਦਾ ਸੀਗਾ, ਚਾਹੇ ਸਿੱਖੀ ਵਾਸਤੇ, ਚਾਹੇ ਕੋਈ ਗੁਰਦੁਆਰਾ ਵਾਸਤੇ, ਚਾਹੇ ਕੋਈ ਇੰਡੀਵਿਜੂਅਲ ਤੌਰ 'ਤੇ। ਇੱਦਾਂ ਕਰਕੇ ਉਸ ਬੰਦੇ ਦੇ ਗੁਣ ਪ੍ਰਗਟ ਕਰ ਦਿੰਦਾ ਸੀ। ਉਹ ਬੰਦਾ ਵੱਧ ਜਾਂਦਾ ਸੀ ਆਪਣੇ ਗੁਣ ਵਿੱਚ, ਹੋਰ ਕੁਛ ਵੀ ਸਿੱਖ ਲੈਂਦਾ ਸੀ। ਹੀ ਮੇਡ ਅਸ ਅ ਬੈਟਰ ਪਰਸਨ। ਜਦੋਂ ਸਾਨੂੰ ਪਤਾ ਲੱਗਿਆ 13 ਦਸੰਬਰ ਨੂੰ, ਸਾਨੂੰ ਇੰਨੇ ਮੈਸੇਜਿਸ ਆਏ ਆਪਣੇ ਜਿਹੜੇ ਗੁਰਦੀਪ ਸਿੰਘ ਦੇ ਦੋਸਤ ਸੀਗੇ, ਗੋਰੇ, ਯਹੂਦੀ, ਮੁਸਲਮਾਨ, ਹਿੰਦੂ, ਸਾਰੇ ਜਿਹੜੇ ਆਰਗੇਨਾਈਜੇਸ਼ਨਸ ਦਾ ਕੰਮ ਕਰਦੇ ਸੀ, ਉਹ ਸਾਰੇ ਮੈਸੇਜਿਸ ਆ ਜਾਂਦੇ। ਕਈ ਲੋਕ ਸਾਨੂੰ ਵੀ ਨਹੀਂ ਜਾਣਦੇ ਸੀ।
ਸਾਨੂੰ ਇਹ ਵੀ ਪਤਾ ਕਿ ਜਿਹੜੇ ਈਸਟਰਨ ਆਇਆ BBC ਅਕਾਲ ਚੈਨਲ ਸਿੱਖ ਚੈਨਲ ਇਹਨਾਂ ਨੇ ਸਾਰੇ ਨੇ ਪ੍ਰੋਗਰਾਮ ਰੱਖੇ ਬਿਨਾਂ ਪੁੱਛਣ ਤੋਂ ਲਿਖਤੀ ਰੂਪ ਦੇ ਵਿੱਚ ਆ ਪ੍ਰੋਗਰਾਮ ਕੀਤੇ ਸਾਨੂੰ ਇਹ ਵੀ ਪਤਾ ਲੱਗ ਰਿਹਾ ਕਿ ਜਿਹੜਾ ਗਾਰਡੀਅਨ ਨਿਊਜ਼ਪੇਪਰ ਆ ਉਹਨਾਂ ਨੇ ਵੀ ਇਹਨਾਂ ਨੇ ਲਿਖਤੀ ਰੂਪ 'ਤੇ ਕੋਈ ਲਿਖਣਾ ਚਾਹੁੰਦੇ ਆ ਸੋਸ਼ਲ ਮੀਡੀਆ ਵਿੱਚ ਜਦੋਂ ਸੋਸ਼ਲ ਮੀਡੀਆ ਪਤਾ ਲੱਗਿਆ ਇਹਦੀ ਖਬਰ ਵਾਇਰਲ ਹੋ ਗਈ ਸੀਗੀ ਸਾਡੇ ਹਿਸਾਬ ਦੇ 1 ਲੱਖ ਸਵਾ ਲੱਖ ਬੰਦਿਆਂ ਨੂੰ ਪਤਾ ਲੱਗ ਗਿਆ ਸੀ ਖਬਰ ਪੜ੍ਹੀ ਸੀਗੀ ਸੋਸ਼ਲ ਮੀਡੀਆ 'ਤੇ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਲਿੰਕਡਇਨ ਜੇ ਸੋਚੋ UK ਦੇ ਵਿੱਚ ਇਸ ਦੇਸ਼ ਵਿੱਚ ਸਾਡੇ ਤਕਰੀਬਨ 6 ਲੱਖ ਬੰਦੇ ਸਿੱਖ ਰਹਿੰਦੇ ਆ ਤੁਸੀਂ ਸੋਚ ਸਕਦੇ ਇੰਨੀ ਪਹੁੰਚ ਕਿੰਨੀ ਆ ਇੱਕ ਹੋਰ ਐਗਜ਼ਾਮਪਲ ਦੇਣਾ ਪਿਛਲੇ ਹਫ਼ਤੇ ਜਦੋਂ ਅਫਸੋਸ ਕਰਨ ਗਏ ਸੀਗੇ ਇੱਕ ਟਰਸਟੀ ਦਾ ਟੈਲੀਫੋਨ ਆਇਆ ਮਿਡਲੈਂਡਸ ਗੁਰਦੁਆਰਾ ਤੋਂ ਕਹਿੰਦਾ ਮੈਂ ਗੁਰਦੀਪ ਸਿੰਘ ਦੇ ਘਰ ਜਾਣਾ ਅਫਸੋਸ ਕਰਨਾ ਹੈ ਮੈਂ ਕਿਹਾ ਆ ਜਾਓ ਤੁਸੀਂ 2 ਘੰਟੇ ਉਹਨੇ ਗੱਡੀ ਵਿੱਚ ਬੈਠ ਕੇ ਆ ਕੇ ਅਫਸੋਸ ਕੀਤਾ ਹੈਰਾਨ ਦੀ ਗੱਲ ਇਹ ਨਹੀਂ ਹੈ ਗੱਲ ਹੈ ਕਿ ਇਹਨੂੰ ਗੁਰਦੀਪ ਸਿੰਘ ਨੂੰ 1 ਸਾਲ ਜਾਣਦਾ ਸੀ ਦੂਜੀ ਹੈਰਾਨ ਦੀ ਗੱਲ ਇਹ ਆ ਕਿ ਇਹਨੂੰ ਗੁਰਦੀਪ ਸਿੰਘ ਮਿਲਿਆ ਵੀ ਨਹੀਂ ਸੀ ਸਿਰਫ ਗੱਲਾਂ ਹੁੰਦੀਆਂ ਸੀ ਟੈਲੀਫੋਨ 'ਤੇ ਜਾਂ ਜ਼ੂਮ ਦੇ ਉੱਤੇ ਪਰ ਇਹਨੂੰ ਇੰਨਾ ਚਾਅ ਸੀਗਾ ਕਿ ਗੁਰਦੀਪ ਸਿੰਘ ਨੇ ਸਾਡੇ ਲਈ ਇੰਨਾ ਕੁਛ ਕੀਤਾ ਗੁਰਦੁਆਰੇ ਵਾਸਤੇ ਇਹਨੂੰ ਆਉਣਾ ਪਿਆ ਸੀ ਇਹ ਸੀ ਸਾਡਾ ਗੁਰਦੀਪ ਸਿੰਘ ਤੁਹਾਡਾ ਗੁਰਦੀਪ ਸਿੰਘ ਦੀ ਇਹੀ ਖਿੱਚ ਸੀਗੀ ਸਾਰੇ ਲੋਕਾਂ ਨੂੰ ਐਂਡ ਤੱਕ ਅਸੀਂ ਪਰਮਾਤਮਾ ਨੂੰ ਅਰਦਾਸ ਕਰਦੇ ਗੁਰਦੀਪ ਸਿੰਘ ਦੀ ਆਤਮਾ ਆਪਣੇ ਚਰਨ ਵਿੱਚ ਰੱਖੋ ਆਪਣੇ ਪਰਿਵਾਰ ਇਹਨਾਂ ਦੇ ਪਰਿਵਾਰ ਦੀ ਹਿੰਮਤ ਬਖਸ਼ੋ ਅਤੇ ਜਿਹੜਾ ਕੰਮ ਇਹਨੇ ਸ਼ੁਰੂ ਕੀਤਾ ਆ ਖੰਡਾ ਪਾਪੀ ਗੁਰਦੁਆਰਾ ਇਹ ਹੋਰ ਵੀ ਛੋਟੇ ਮੋਟੇ ਕੰਮ ਵੱਡੇ ਕੰਮ ਇਹਨੇ ਸ਼ੁਰੂ ਕੀਤੇ ਆ ਕਿ ਇਹ ਕਿਰਪਾ ਨਾਲ ਅੱਗੇ ਤੋਰੋ ਕਿਉਂਕਿ ਇਸ ਕੰਮਾਂ ਦੇ ਵਿੱਚ ਇੱਕ ਗੁਰਮੁਖ ਦੀ ਡੀਪ ਡੂੰਘੀ ਸੋਚ ਹੈ ਅਤੇ ਸਿਆਣਪ ਹੈ ਭੁੱਲ ਚੁੱਕ ਮਾਫ਼ ਕਰਨਾ ਕੋਈ ਗਲਤ ਸ਼ਬਦ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਦੁੱਖ ਦੀ ਗੱਲ ਹੈ ਕਿ ਸਿੱਖ ਟੀਮ ਪਹੁੰਚੀ ਇੱਥੇ ਗੁਰਦੀਪ ਸਿੰਘ ਗੁਰਦੁਆਰਾ ਸਾਹਿਬ ਹਿਚਨ ਜਿੱਥੇ ਕਾਫੀ ਸੇਵਾ ਕਰਦੇ ਸੀ ਉਹਨਾਂ ਦੇ ਆਤਮ ਸੰਸਕਾਰ ਹੋਇਆ ਯਾਨੀ ਸਾਹਿਬ ਤੁਸੀਂ ਕੀ ਕਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਕੀ ਸਾਧ ਸੰਗਤ ਜੀ ਇਹ ਸਾਡੇ ਸਾਰਿਆਂ ਦੇ ਲਈ ਬਹੁਤ ਹੀ ਇੱਕ ਦੁੱਖ ਦਾ ਸਮਾਂ ਕਿ ਸਤਿਕਾਰਯੋਗ ਭਾਈ ਗੁਰਦੀਪ ਸਿੰਘ ਜੀ ਹੋਰੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਇਸ ਸਮੇਂ 'ਤੇ ਸਾਰੇ ਭਾਈ ਦਵਿੰਦਰ ਸਿੰਘ ਜੀ ਹੋਰੀ ਸਿੱਖ ਚੈਨਲ ਦੀ ਟੀਮ ਇੱਥੇ ਪਹੁੰਚੀ ਅਤੇ ਇਸ ਕਰਕੇ ਸਾਨੂੰ ਅੱਜ ਪੁਰਾਣੀਆਂ ਯਾਦਾਂ ਵੀ ਬਹੁਤ ਸਾਰੀਆਂ ਹੋਈਆਂ ਕਿ ਗੁਰਦੀਪ ਸਿੰਘ ਜੀ ਹੋਰਾਂ ਨੇ ਸਿੱਖ ਚੈਨਲ 'ਤੇ ਵੀ ਬਹੁਤ ਸੇਵਾ ਨਿਭਾਈ ਅਤੇ ਅਤੇ ਇੱਧਰ ਇਹਨਾਂ ਦੇ ਸਤਿਕਾਰਯੋਗ ਗੁਰਦੀਪ ਸਿੰਘ ਜੀ ਹੋਰਾਂ ਦੇ ਪਿਤਾ ਜੀ ਵੀ ਥੋੜ੍ਹਾ ਸਮਾਂ ਗੁਰੂ ਘਰ ਵਿੱਚ ਗੁਰਦੀਪ ਸਿੰਘ ਜੀ ਵੀ ਅਤੇ ਜੀਤ ਸਿੰਘ ਜੀ ਵੀ ਬਹੁਤ ਸੇਵਾ ਨਿਭਾਉਂਦੇ ਰਹੇ ਅਤੇ ਫਿਰ ਹੋਰ ਵੀ ਜਿਹੜੀਆਂ ਬਾਹਰ ਸੇਵਾਵਾਂ ਅੱਜ ਉਹਨਾਂ ਨੇ ਕੀਤੀਆਂ ਉਹਨਾਂ ਦਾ ਜ਼ਿਕਰ ਹੋਇਆ ਅਤੇ ਇਸ ਵੇਲੇ ਇਸ ਗੱਲ ਤੋਂ ਮੈਨੂੰ ਆਪ ਨੂੰ ਵੀ ਬਹੁਤ ਬਲ ਮਿਲਿਆ ਕਿ ਦਵਿੰਦਰ ਸਿੰਘ ਜੀ ਹੁਣਾਂ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਰੱਖ ਕੇ ਇੱਥੇ ਆਏ ਬਹੁਤ ਸਮਾਂ ਪਹਿਲਾਂ ਤੋਂ ਜਦੋਂ ਇਹ ਸਿੱਖ ਚੈਨਲ ਸ਼ੁਰੂ ਹੋਇਆ ਸੀ 12ਵੀਂ ਗਮ ਤੋਂ ਉਦੋਂ ਤੋਂ ਸਾਡੀਆਂ ਵੀ ਬਹੁਤ ਸਾਰੀਆਂ ਯਾਦਾਂ ਪਹਿਲਾਂ ਹੋਈਆਂ ਸਨ ਅਸੀਂ ਕਈ ਵਾਰੀ ਸਿੱਖ ਚੈਨਲ 'ਤੇ ਜਾਈਦਾ ਸੀ ਪਰ ਹੁਣ ਕੁਛ ਪਰਿਵਾਰਕ ਕੰਮਾਂ ਕਰਕੇ ਜਾਂਦੇ ਹੋਰ ਕਰਕੇ ਨਾ ਆ ਸਕੇ ਪਰੰਤੂ ਅੱਜ ਮਿਲ ਕੇ ਬਲ ਸਾਹਿਬ ਜੀ ਹੋਰਾਂ ਨੂੰ ਅਤੇ ਸਾਰੀ ਟੀਮ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਸਤਿਗੁਰੂ ਦੀ ਕਿਰਪਾ ਨਾਲ ਇਹ ਗੁਰਦੁਆਰਾ ਸਾਡਾ ਸਿੰਘ ਸਭਾ ਗੁਰਦੁਆਰਾ ਹਿਚਨ ਇੱਥੇ ਜਦੋਂ ਸਿੱਖ ਚੈਨਲ ਸ਼ੁਰੂ ਹੋਇਆ ਸੀ ਅਤੇ ਉਸ ਵੇਲੇ ਸਾਡੇ ਇੱਥੇ ਸਤਿਕਾਰਯੋਗ ਭਾਈ ਜਸਪਾਲ ਸਿੰਘ ਜੀ ਹੋਰੀ ਸੇਵਾ ਕਰਿਆ ਕਰਦੇ ਸੀ ਅਤੇ ਉਹਨਾਂ ਨੇ ਸਾਰਿਆਂ ਨੇ ਭਾਈ ਓਂਕਾਰ ਸਿੰਘ ਜੀ ਹੋਰੀ ਉਸ ਵੇਲੇ ਸਿੱਖ ਚੈਨਲ ਨੂੰ 100 ਪਾਉਂਡ ਦਾ ਡਾਰੇ ਡੈਬਟ ਵੀ ਸਭ ਤੋਂ ਪਹਿਲਾਂ ਕੀਤਾ ਸੀ ਅਤੇ ਅੱਜ ਮੈਨੂੰ ਬਹੁਤ ਮਾਣ ਹੋਇਆ ਮਹਿਸੂਸ ਹੋਇਆ ਕਿ ਬਲ ਸਾਹਿਬ ਜੀ ਨੇ ਅੱਜ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਰੇ ਟੀਮ ਦੇ ਨਾਲ ਇੱਥੇ ਪਹੁੰਚੇ ਅਤੇ ਇੱਥੇ ਬਹੁਤ ਸਾਰੇ ਪ੍ਰੋਗਰਾਮ ਅੱਗੇ ਸਿੱਖ ਪੰਥ 'ਤੇ ਜਦੋਂ ਗੁਰਦੀਪ ਸਿੰਘ ਉਹਨਾਂ ਨੇ ਅੱਗੇ ਇੱਥੇ ਪੰਥ ਟਾਈਮ ਵੀ ਕਰਵਾਇਆ ਸੀ ਬਹੁਤ ਸਾਲ ਹੋ ਗਏ ਪਰ ਉਹਨਾਂ ਨੂੰ ਬੇਨਤੀ ਕੀਤੀ ਜੇ ਉਹ ਵੀ ਪੁਰਾਣਾ ਕਿਤੇ ਪ੍ਰੋਗਰਾਮ ਲੱਭੇ ਤਾਂ ਉਹਨਾਂ ਦੀ ਯਾਦ ਵਿੱਚ ਉਹ ਵੀ ਆਪਾਂ ਪੰਥ ਟਾਈਮ ਜਿਹੜਾ ਇੱਧਰ ਨਾਲ ਦੇ ਹਾਲ ਵਿੱਚ ਮਾਤਾ ਸਾਹਿਬ ਕੌਰ ਜੀ ਹਾਲ ਦੇ ਵਿੱਚ ਕੀਤਾ ਸੀ ਅਤੇ ਉਹ ਆਪਾਂ ਫੇਰ ਕਿਤੇ ਸਾਰੇ ਦਰਸ਼ਨ ਕਰ ਸਕੀਏ ਦੇਖ ਸਕੀਏ ਸੋ ਬਹੁਤ ਬਹੁਤ ਬਲ ਸਾਹਿਬ ਜੀ ਦਾ ਧੰਨਵਾਦ ਸਤਿਗੁਰੂ ਜੀ ਕਿਰਪਾ ਕਰਨ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਬਹੁਤ ਅਸੀਂ ਬਚਪਨ ਤੋਂ ਦੇਖਿਆ ਬਹੁਤ ਸਮਾਂ ਕਿੱਦਾਂ ਇਹਨਾਂ ਨੇ ਉਸ ਵੇਲੇ ਕਿੰਨੀਆਂ ਔਖਿਆਈਆਂ ਸੀ ਅਤੇ ਕਿੱਦਾਂ ਸਾਰੀ ਸੰਗਤਾਂ ਨੇ ਪਿਆਰ ਦੇ ਕੇ ਅਤੇ ਬਲ ਸਾਹਿਬ ਜੀ ਨੇ ਆਪਣਾ ਹੌਸਲਾ ਵੱਡਾ ਰੱਖ ਕੇ ਸਾਰੀ ਦੁਨੀਆ ਵਿੱਚ ਜੋ ਅੱਜ ਸਿੱਖ ਚੈਨਲ ਦੇ ਰਾਹੀਂ ਪ੍ਰਚਾਰ ਕਰ ਰਹੇ ਹਨ ਸਤਿਗੁਰੂ ਜੀ ਬਲ ਬਖਸ਼ਣ ਆਪਾਂ ਸੰਗਤਾਂ ਨੂੰ ਵੀ ਸਾਰਿਆਂ ਨੂੰ ਹੀ ਹੋਰ ਉਤਸ਼ਾਹ ਨਾਲ ਪਿਆਰ ਨਾਲ ਸੇਵਾ ਕਰਨ ਦਾ ਸਾਰੀ ਤਰ੍ਹਾਂ ਨਾਲ ਹਰ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਵੀ ਸੇਵਾ ਆਪਾਂ ਕਰ ਸਕੀਏ ਸਤਿਗੁਰੂ ਜੀ ਕਰਨ ਦਾ ਬਲ ਬਖਸ਼ਣ ਕਰ ਦਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਸਾਰੇ ਮੁੱਖ ਸੇਵਾਦਾਰ ਪਹੁੰਚੇ ਹੈਗੇ ਵੈਸਟ ਲੰਡਨ ਤੋਂ
ਭਾਈ ਸਾਹਿਬ ਤੁਹਾਡਾ ਬਹੁਤ ਪਿਆਰ ਸੀ ਗੁਰਦੀਪ ਸਿੰਘ ਨਾਲ, ਇਹ ਬਹੁਤ ਦੁੱਖ ਲੱਗਿਆ, ਤੁਸੀਂ ਕੀ ਕਹੋਗੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇਹੀ ਕਹੂੰਗਾ ਕਿ ਸਰਦਾਰ ਗੁਰਦੀਪ ਸਿੰਘ ਦੇ ਵਿਛੋੜੇ ਤੋਂ ਬਾਅਦ ਸਾਡੇ ਨੂੰ ਕੁਝ ਸਿੱਖਣ ਨੂੰ ਬਹੁਤ ਕੁਝ ਜਾਣਨਾ ਮਿਲਦਾ। ਹੁਣ ਮੈਨੂੰ ਗੁਰਦੀਪ ਸਿੰਘ ਦਾ ਮਿਲਾਪ ਹੋਇਆ ਸੀ ਜਦੋਂ ਅਸੀਂ ਸਿੰਘ ਸਭਾ ਸੋਥਾ ਐਜ ਸਟੇਜ ਸੇਵਾ ਕਰਦੇ ਸੀ। ਗੁਰਦੀਪ ਸਿੰਘ ਜੀ ਉਹਦੀ ਨਵੇਂ ਉਦੋਂ ਸਿੱਖ ਚੈਨਲ 'ਚ ਆਏ ਸੀਗੇ ਬਲ ਸਾਹਿਬ ਦੇ ਨਾਲ, ਅਤੇ ਸਿੱਖ ਚੈਨਲ ਦੇ ਆਉਣ ਨਾਲ ਉਹਨਾਂ ਨੇ ਕਦੀ ਵੀ ਕਹਿ ਲਓ ਇਸ ਤਰ੍ਹਾਂ ਦਾ ਕੋਈ ਜ਼ੋਰ ਨਹੀਂ ਵਿਖਾਇਆ, ਹਮੇਸ਼ਾ ਨਾਲ ਤੁਰਨ ਦੀ ਗੱਲ ਕੀਤੀ ਹੈ। ਜਿਵੇਂ ਕੋਈ ਪ੍ਰੋਗਰਾਮ ਹੋਣਾ, ਕੋਈ ਵੱਡਾ ਉਪਰਾਲਾ ਕਰਨਾ, ਕਹਿੰਦੇ ਆਪਾਂ ਇਕੱਠੀਆਂ ਹੀ ਕਰੀਏ, ਸਿੱਖ ਚੈਨਲ ਦੇ ਨਾਲ ਚੱਲ ਕੇ ਸਿੰਘ ਸਭਾ ਨਾਲ ਮੁੜੇ ਹੋ ਕੇ ਮੋਢੇ ਨਾਲ ਮੋਢਾ ਆਪਾਂ ਸੇਵਾ ਕਰ ਸਕਦੇ ਪੰਥ ਦੀ। ਤਾਂ ਮੈਂ ਸਮਝਦਾ ਉਹਦੇ ਅੰਦਰ ਇੱਕ ਕੁਆਲਿਟੀ ਸੀ ਕਿ ਉਹ ਗਿਆਨਵਾਨ ਮਨੁੱਖ ਸੀ। ਪਰ ਕਈ ਵਾਰ ਇਸ ਤਰ੍ਹਾਂ ਹੁੰਦਾ, ਜਿਹੜਾ ਬੰਦਾ ਗਿਆਨਵਾਨ ਹੁੰਦਾ ਸ਼ਾਇਦ ਉਹਦੇ ਜ਼ਿਆਦਾ ਹੰਕਾਰ ਅਤੇ ਹਉਮੈ ਆ ਜਾਂਦੀ ਹੈ, ਪਰ ਉਹਨੇ ਹਮੇਸ਼ਾ ਆਪਣੇ ਆਪ ਨੂੰ ਇੱਕ ਪੈਰਲਲ ਤਰੀਕੇ ਨਾਲ ਮੋਢੇ ਦੇ ਨਾਲ ਸਿੱਖ ਸੰਗਤਾਂ ਨਾਲ ਜੁੜ ਕੇ ਤੁਰਿਆ, ਅਤੇ ਬਲ ਸਾਹਿਬ ਨਾਲ ਵੀ ਕੰਮ ਕੀਤਾ, ਬਾਕੀ ਬਥੇਰੀਆਂ ਸੁਸਾਇਟੀਆਂ ਨਾਲ ਕੰਮ ਕੀਤਾ। ਅਤੇ ਕਈ ਵਾਰੀ ਇੰਨਾ ਅੱਛਾ ਨਹੀਂ ਹੁੰਦਾ ਤਾਂ ਇੰਨਾ ਸੁਖਾਲਾ ਨਹੀਂ ਹੁੰਦਾ ਕਿ ਹੋਰਾਂ ਨਾਲ ਕੰਮ ਕਰਨ, ਜਦੋਂ ਤੁਸੀਂ ਆਪ ਸਭ ਕੁਝ ਆਪਣੀ ਆਪ 'ਚ ਹੀ ਜਾਣੀ ਜਾਣ ਹੁੰਦੇ। ਸੋ ਉਹ ਬਹੁਤ ਹੀ ਇੰਟੈਲੀਜੈਂਟ ਆਦਮੀ ਸੀ, ਗਿਆਨਵਾਨ ਬੰਦਾ ਸੀ, ਤਾਂ ਨਾਲ ਦੀ ਨਾਲ ਪਰ ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਹੁੰਦਾ ਸੀ। ਇਹ ਉਹਦੀ ਵੱਡੀ ਕੁਆਲਿਟੀ ਸੀ, ਜਿਹਦੇ ਵਿੱਚੋਂ ਮੈਂ ਕਹਿੰਦਾ ਆਪਣੀ ਜੀਵਨ 'ਚ ਮੈਂ ਵੀ ਕੋਸ਼ਿਸ਼ ਕਰੂੰਗਾ ਆਪਾਂ ਲਾਗੂ ਕਰੀਏ, ਤਾਂ ਸਾਡੇ ਸਾਰੇ ਲਈ ਆਪਾਂ ਉਹ ਕਹਿ ਲਓ ਬਹੁਤ ਵੱਡੀ ਪ੍ਰੇਰਨਾ ਸੀ ਕਿ ਉਹਨਾਂ ਦੇ ਜੀਵਨ ਨੂੰ ਵੇਖ ਕੇ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਮੁਤਾਬਕ ਅਸੀਂ ਆਪਣੇ ਆਪ ਨੂੰ ਤਾਂ ਆਲਾ ਦੁਆਲੇ ਨੂੰ ਸਮਾਜ ਨੂੰ ਬੈਟਰ ਕਰ ਸਕਦੇ ਹਾਂ। ਤਾਂ ਇਹਦੇ ਨਾਲ ਹੀ ਮੈਂ ਸਮਝਾਂ ਨਾਨਕ ਕਰਕੇ ਗੋਲੇ ਵਾਲੀ ਅਵਸਥਾ ਸਾਡੇ ਘਰ ਪਹੁੰਚ ਸਕਦੀ ਹੈ। ਬਹੁਤ ਹੀ ਦੁੱਖ ਲੱਗਾ, ਪਰ ਉਹ ਦੁੱਖ 'ਚੋਂ ਅਸੀਂ ਚੜ੍ਹਦੀ ਕਲਾ ਦਾ ਸਬੂਤ ਪ੍ਰਗਟ ਕਰਨਾ ਉਹ ਸਾਡਾ ਸਾਰਾ ਜਣਾ ਕੰਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਗੁਰਦੀਪ ਸਿੰਘ ਦੇ ਘਰ ਦੀ ਫੈਮਿਲੀ ਤੋਂ ਜੁੜੇ ਹੈਗੇ ਚਾਚਾ ਜੀ, ਤੁਸੀਂ ਬਚਿੱਤਰ ਸਿੰਘ ਆਪਣੇ ਸੋਰੇ ਵਿਚਾਰ ਦਿਓ ਪਲੀਜ਼। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤਾ ਤਾਂ ਨਹੀਂ ਕੋਈ ਜ਼ਿਆਦਾ ਵਿਚਾਰ ਦੇਣ ਵਾਲਾ ਜਾਂ ਗਿਆਨੀ, ਪਰ ਮੈਂ ਗੁਰਦੀਪ ਸਿੰਘ ਬਾਰੇ ਦੱਸ ਸਕਦਾ ਹਾਂ। ਅਤੇ ਉਹ ਮੇਰਾ ਭਤੀਜਾ ਸੀਗਾ ਅਤੇ ਮੈਂ ਉਹਦਾ ਚਾਚਾ ਜੀ ਹਾਂ। ਜੋ ਕੰਮ ਗੁਰਦੀਪ ਸਿੰਘ ਨੇ ਕੀਤੇ ਹਨ ਬਹੁਤ ਹੀ ਮੇਰੇ ਨਾਲੋਂ ਜ਼ਿਆਦਾ, ਜੇ ਮੈਂ ਕਹਾਂ ਤਾਂ ਸਿੱਖ ਚੈਨਲ ਨੂੰ ਜ਼ਿਆਦਾ ਪਤਾ ਹੈ। ਸਰਦਾਰ ਬਲ ਸਾਹਿਬ ਦੇ ਨਾਲ ਉਹਨਾਂ ਨੇ ਬਹੁਤ ਕੰਮ ਕੀਤਾ, ਅਤੇ ਇਸ ਨੇ ਬਹੁਤ ਸਿੱਖ ਪੰਥ ਦਾ ਗੁਰਦੁਆਰਿਆਂ ਦਾ ਕੰਮ, ਸਿੱਖੀ ਦੇ ਵਿੱਚ ਪਰਿਵਾਰ ਦੇ ਵਿੱਚ ਉਹ ਬਹੁਤੇ ਹੀ ਕੰਮ ਕਰਦਾ ਸੀਗਾ। ਉਹਨੂੰ ਕਿਸੇ ਨੂੰ ਵੀ ਕੋਈ ਲੋੜ ਹੁੰਦੀ ਸੀ ਉਸੇ ਵੇਲੇ ਆ ਜਾਂਦਾ ਸੀਗਾ। ਉਹਦਾ ਜਿਹੜਾ ਸਿੱਖੀ ਜਜ਼ਬਾ ਬਹੁਤ ਸੀਗਾ। ਅਤੇ ਸਿੱਖ ਚੈਨਲ ਦੇ ਬਾਅਦ ਦੇ ਵਿੱਚ ਫਿਰ ਉਹ ਕੈਂਸਰ ਵਿੱਚ ਗਿਆ। ਉਸ ਤੋਂ ਬਾਅਦ ਗੁਰਦੁਆਰਾ ਏਡ ਵਿੱਚ ਉਹਨੇ ਕੰਮ ਕੀਤਾ। ਉਸ ਤੋਂ ਪਹਿਲਾਂ ਸਾਰੇ ਪਰਿਵਾਰ ਨਾਲ ਉਹ ਕੰਮ ਸਾਰੇ ਕਰਦਾ ਰਿਹਾ। ਇਹਨਾਂ ਅੱਖਰਾਂ ਦੇ ਨਾਲ ਹੀ ਮੇਰਾ ਖਿਆਲ ਹੈ, ਮੈਂ ਬਹੁਤਾ ਨਹੀਂ ਕਹਿ ਸਕਦਾ। ਸਾਨੂੰ ਅੱਜ ਜੋ ਸੱਜਣ ਅੱਜ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਹਨ, ਖਾਸ ਕਰਦੇ ਸਾਰੇ ਸਿੱਖ ਚੈਨਲ ਵਾਲੇ ਵੀ, ਬਲ ਸਾਹਿਬ, ਹੋਰ ਸਾਰਾ ਸਟਾਫ ਆਇਆ ਹੈ, ਅਸੀਂ ਪਰਿਵਾਰ ਵੱਲੋਂ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।